वाहिगुरु जी का खालसा वाहिगुरु जी की फतेह। राग बिलावल कबीर जी। हमारे कुल कौने राम कयो, हमारे कुल कौने राम हमारे कुल कौने राम कयो। जब की माला लईने पोते, जब की माला लईने पोते, तब तेरे सुख ना भयो, तब तेरे सुख ना भयो। हमारे कुल कौने राम कयो, हमारे कुल कौने राम कयो। नित उठे कोरी कागर आने, नित उठे कोरी कागर आने, लीपत जियो गयो, लीपत जियो गयो। ताना बाना कछु ना सूझे, ताना बाना कछु ना सूझे। हर हर रस लपट्यो, हर हर रस लपट्यो। हमारे कुल कौने राम कयो, हमारे कुल कौने राम कयो।
हमारे कुल कौने राम कयो, हमारे कुल कौने राम कयो, राम कयो, राम कयो। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਪਰਿਵਾਰਾਂ ਤੋਂ ਵੀ ਆਏ ਹੋਏ ਸੱਜਣ, ਭਾਵੇਂ ਉਹ ਹਿੰਦੂ ਪਰਿਵਾਰ ਦੇ ਨੇ, ਉਹਨਾਂ ਨੂੰ ਨਮਸਕਾਰ। ਮੁਸਲਮਾਨ ਪਰਿਵਾਰ ਵਾਲਿਆਂ ਨੂੰ ਅਸਲਾਮ ਅਲੈਕਮ। ਤੁਹਾਡਾ ਇਹ ਪ੍ਰੋਗਰਾਮ ਪਿਛਲੇ 2-3 ਮਹੀਨਿਆਂ ਤੋਂ ਮੈਂ ਦੇਖ ਰਿਹਾ, ਔਰ ਮੈਨੂੰ ਇਹ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਜੁਝਾਰ ਦੀ ਬੇਟੀ ਰੂਹਾਨੀ, ਇਸ ਤਰ੍ਹਾਂ ਅੱਜ ਇੱਕ ਛੋਟੀ ਜਿਹੀ ਬੱਚੀ, ਇੱਕ ਨੂਰ ਕਮਾਲ ਕਰਦੇ ਨੇ ਬੱਚੇ, ਔਰ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਅੱਜ ਹਰਪ੍ਰੀਤ ਕੌਰ ਬੱਚੀ ਨੇ ਵੀ ਸ਼ਬਦ ਗਾਇਨ ਕੀਤਾ। ਇਸ ਤਰ੍ਹਾਂ ਹਰ ਵਾਰੀ ਤੁਹਾਡੇ ਕੋਲ ਤੁਸੀਂ ਨੌਜਵਾਨ ਬੱਚਿਆਂ ਨੂੰ ਲੈ ਕੇ ਆਉਂਦੇ ਹੋ, ਤੇ ਇਹ ਬੱਚੇ ਔਰ ਇਹਨਾਂ ਦੇ ਪੇਰੈਂਟਸ ਸਭ ਦਾ ਮੈਂ ਬਹੁਤ ਧੰਨਵਾਦੀ ਹਾਂ। ਬਹੁਤ ਬਹੁਤ ਜ਼ਿਆਦਾ ਇਹ ਵਧਾਈ ਦੇ ਪਾਤਰ ਨੇ, ਤੇ ਤੁਹਾਡੇ ਸਾਰੇ ਐਫਰਟਸ ਕਾਮਯਾਬ ਹੋ ਰਹੇ ਨੇ। ਮੈਨੂੰ ਇਹਦੇ ਨਾਲ ਬੜੀ ਖੇੜਾ ਔਰ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਈ ਰੀਅਲੀ ਐਫਰਟ ਦਿਸ ਪਲੇਟਫਾਰਮ ਐਂਡ ਯੂਰ ਟੀਮ ਐਂਡ ਹਾਊ ਯੂ ਆਰ ਕੰਡਕਟਿੰਗ ਇਟ, ਪਲੱਸ ਦ ਪੇਰੈਂਟਸ ਜੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦਾ ਜਿਹੜਾ ਸ਼ਬਦ ਹੈ, ਹਮਾਰੇ ਕੁਲ ਕੌਨੇ ਰਾਮ ਪਿਓ, ਜਬਕਿ ਮਾਲਾ ਲਈ ਨ ਤੂਤੇ ਤਬ ਤੇ ਸੁਖ ਨਾ ਪਿਓ। ਇਸ ਤਰ੍ਹਾਂ ਹਰ ਵਾਰੀ ਜਸਮੀਤ ਜੀ, ਸ਼ਿਵਾਂਸ਼ ਜੀ, ਤੁਸੀਂ ਸੀਮਾ ਭੈਣ ਜੀ, ਤੁਸੀਂ ਸਾਰੇ ਕੋਈ ਨਾ ਕੋਈ ਨਵਾਂ ਸ਼ਬਦ ਔਰ ਬਾਣੀ ਦੀ ਬਣਤਰ ਲੈ ਕੇ ਆਉਂਦੇ ਹੋ, ਤੇ ਕੋਈ ਸਾਨੂੰ ਨਾ ਸਵਾਲ ਵੀ ਪੁੱਛ ਸਕਦਾ ਹੈ। ਮੈਂ ਪਹਿਲਾਂ ਥੋੜੀ ਜਿਹੀਆਂ ਕਾਮਨ ਗੱਲਾਂ ਕਰ ਰਿਹਾ ਤਾਂ ਕਿ ਅਸੀਂ ਫਿਰ ਸ਼ਬਦ ਦੇ ਅੰਦਰ ਐਂਟਰ ਕਰਾਂ। ਕੋਈ ਸਵਾਲ ਪੁੱਛ ਸਕਦਾ ਹੈ ਕਿ ਬਈ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਹਨ, ਤੁਸੀਂ ਕਦੋਂ ਤੱਕ ਇਸ ਤਰ੍ਹਾਂ ਨਵੇਂ ਸ਼ਬਦਾਂ ਦੇ ਅਰਥ ਕਰਦੇ ਰਹੋਗੇ, ਤਾਂ ਤੁਹਾਡਾ ਕੀ ਇਹਦਾ ਪਰਪਸ ਹੈ। ਇਸ ਤਰੀਕੇ ਨਾਲ ਨਾ ਲੋਕੀ ਮੈਨੂੰ ਸਵਾਲ ਪੁੱਛਦੇ ਨੇ। ਉਹ ਭੁਪਿੰਦਰ ਸਿੰਘ ਜੀ, ਤੁਸੀਂ ਅਮਰੀਕਾ ਤੋਂ 25 ਸਾਲਾਂ ਤੋਂ ਆ ਰਹੇ ਹੋ, ਹਰ ਵਾਰੀ ਨਵੇਂ ਸ਼ਬਦ ਔਰ ਨਵੇਂ ਸੈਮੀਨਾਰਸ ਕਰਦੇ ਹੋ, ਇਹ ਸ਼ਬਦਾਂ ਦੇ ਅਰਥ ਕਰਨ ਨਾਲ ਕੀ ਹੋ ਜਾਂਦਾ ਹੈ? ਉਹ ਮੈਨੂੰ ਇੰਝ ਕਹਿੰਦੇ ਨੇ, ਉਹ ਜੀ ਇਹ 500 ਸਾਲ ਪੁਰਾਣੀ ਗੱਲ ਹੈ, ਅੱਜ ਲੋਕਾਂ ਨੂੰ ਉਹ ਸਮਝ ਨਹੀਂ ਆਉਂਦੀ। ਇੰਝ ਵੀ ਮੈਨੂੰ ਕਹਿੰਦੇ ਹਨ। ਫਿਰ ਇਹ ਵੀ ਕਹਿੰਦੇ ਹਨ, ਬਾਣੀ ਬੜੀ ਮੁਸ਼ਕਿਲ ਹੈ ਜੀ, ਇਹ ਸਮਝ ਨਹੀਂ ਆਉਂਦੀ। ਤੁਸੀਂ ਸ਼ਬਦ ਬੋਲ ਦਿੱਤਾ, ਖਾਰ ਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਖਾਰ ਕੀ ਹੁੰਦਾ, ਪੈਖਰ ਕੀ ਹੁੰਦਾ, ਉੱਪਰ ਲਾਦਾ ਕੀ ਹੁੰਦਾ ਹੈ, ਇਹ ਅੱਜ ਦਾ ਬੱਚਾ ਰਿਲੇਟ ਹੀ ਨਹੀਂ ਕਰ ਸਕਦਾ। ਉਸਨੇ ਗਾਂ ਵੀ ਨਹੀਂ ਦੇਖੀ ਹੋਈ, ਘੋੜਾ ਵੀ ਨਹੀਂ ਦੇਖਿਆ ਹੋਇਆ, ਖੋਤਾ ਵੀ ਨਹੀਂ ਦੇਖਿਆ ਹੋਇਆ, ਪਰ ਜਿਹੜੇ ਕਾਮਨ ਵਰਡਸ ਪੁਰਾਣੇ ਜ਼ਮਾਨੇ 'ਚ ਯੂਜ਼ ਕੀਤੇ ਜਾਂਦੇ ਸੀ, ਉਹ ਅੱਜ ਬੱਚੇ ਦੀ ਲੈਂਗੁਏਜ ਤੋਂ ਗਵਾਚ ਕੇ ਨੇ, ਔਰ ਕਾਮਨ ਬੰਦਾ ਉਹਨਾਂ ਨੂੰ ਆਪਣੇ ਨਾਲ ਰਿਲੇਟ ਨਹੀਂ ਕਰ ਪਾ ਰਿਹਾ। ਤੇ ਤੁਸੀਂ ਸ਼ਬਦਾਂ ਦੇ ਅਰਥ ਕਰੀ ਜਾ ਰਹੇ ਹੋ, ਕਦੀ ਗ੍ਰਾਮਰ ਬਿਆਨ ਕਰਦੇ ਹੋ, ਕਦੇ ਰਹਾਉ ਬਿਆਨ ਕਰਦੇ ਹੋ, ਕਦੀ ਬਾਣੀ ਦੀ ਬਣਤਰ ਬਿਆਨ ਕਰਦੇ ਹੋ, ਕਦੇ ਸ਼ਬਦਾਂ ਦੇ ਅਰਥ ਅਪਲਾਈ ਕਰਦੇ ਹੋ। ਸੋ ਮੈਂ ਇਹ ਸੋਚਿਆ ਕਿ ਅਸੀਂ, ਮੈਨੂੰ ਜੋ ਆਨਸਰ ਇਹਦਾ ਸਮਝ ਆ ਰਿਹਾ ਹੈ ਕਿ ਅਸੀਂ ਮੈਕਸਿਮਮ ਸ਼ਬਦਾਂ ਦੀ ਵਿਚਾਰ ਕਰਦੇ ਹਾਂ, ਤੁਸੀਂ ਸਾਰੇ ਵੀ ਕਰ ਰਹੇ ਹੋ। ਸੋ ਕੋਈ ਪੁੱਛ ਸਕਦਾ ਵੀ ਇਹਦਾ ਯੂਜ਼ ਕੀ ਹੈ, ਤਾਂ ਅਸੀਂ ਇਹਦਾ ਯੂਜ਼ ਇਹ ਬਣਾਵਾਂਗੇ ਕਿ ਇਹਦਾ ਇੱਕ ਪਰਪਸ ਹੈ ਕਿ ਮੇਰੇ ਬੜੇ ਸਾਰੇ, ਮੇਰੀ ਜ਼ਿੰਦਗੀ 'ਚ ਮੇਰੇ ਨੈਗੇਟਿਵ ਮੂਡਸ ਨੇ, ਮੈਂ ਆਪਣੇ ਸਾਰੇ ਨੈਗੇਟਿਵਸ ਨੂੰ ਫਿਕਸ ਅਪ ਕਰਨਾ ਚਾਹੁੰਦਾ, ਔਰ ਮੈਂ ਕਾਮਯਾਬ ਸਪਿਰਿਚੁਅਲ ਬੀਇੰਗ ਬਣਨਾ ਚਾਹੁੰਦਾ। ਇਸ ਕਰਕੇ ਮੈਂ ਬਾਣੀ 'ਚੋਂ ਸਿੱਖ ਰਿਹਾ ਵਿਵੇਕ ਬੁੱਧੀ। ਅੱਛਾ, ਪਰ ਸ਼ਿਵਾਂਸ਼ ਜੀ, ਜਸਮੀਤ ਜੀ, ਤੁਸੀਂ ਕਾਮਯਾਬ ਪਤਾ ਕਿੱਥੇ ਹੋ ਰਹੇ ਹੋ? ਕਾਮਯਾਬ ਤੁਸੀਂ ਇੱਥੇ ਹੋ ਰਹੇ ਹੋ ਕਿ ਇਹ 500 ਸਾਲ ਪੁਰਾਣੀ ਬਾਣੀ ਹੈ, ਜਾਂ ਉਸ ਤੋਂ ਹੋਰ ਜਿਹੜੇ ਪੁਰਾਣੇ ਭਗਤ ਹਨ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਨਾਮਦੇਵ ਜੀ, ਔਰ 8ਵੀਂ ਸਦੀ ਦੇ ਫਰੀਦ ਜੀ, ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਦੀ ਬਾਣੀ ਨੂੰ ਤੁਸੀਂ ਇਹਨਾਂ ਬੱਚਿਆਂ ਕੋਲੋਂ ਅਰਥ ਕਰਾ ਕੇ ਅੱਜ ਦੀ ਲੈਂਗੁਏਜ ਵਿੱਚ ਪੁੱਟ ਅਪ ਕਰ ਰਹੇ ਹੋ ਨਾ, ਤਾਂ ਫਿਰ ਅਸੀਂ ਉਹ ਪੁਰਾਣੇ ਲਫ਼ਜ਼, ਪੁਰਾਣੇ ਅਰਥ, ਉਹ ਜੋ ਕੁਝ ਵੀ ਈਡੀਅਮਸ, ਫਰੇਜ਼ਿਸ, ਮੈਟਾਫਰਸ ਯੂਜ਼ ਕੀਤੇ ਗਏ ਸੀ ਨਾ, ਉਹਨਾਂ ਨੂੰ ਅੱਜ ਦੇ ਜ਼ਮਾਨੇ ਦੇ ਅਨੁਸਾਰ ਪੁੱਟ ਅਪ ਕਰ ਪਾਈਏ ਨਾ, ਇਹ ਸਾਡਾ ਪਰਪਸ ਹੱਲ ਹੋ ਜਾਏਗਾ। ਇਸ ਕਰਕੇ ਅਸੀਂ ਨਵੇਂ ਸ਼ਬਦ ਕਰਦੇ ਹਾਂ। ਠੀਕ ਹੈ ਸ਼ਿਵਾਂਸ਼ ਜੀ? ਅੱਛਾ,
ਹਰ ਸ਼ਬਦ ਦੇ ਨਾਲ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ। ਸੋ ਸਾਡੀ ਕਾਮਯਾਬੀ ਹੋਏਗੀ ਕਿ ਅਸੀਂ ਜਿਹਨੂੰ ਬਾਰ-ਬਾਰ ਲੋਕੀ ਕਹਿ ਦਿੰਦੇ ਨੇ 500 ਸਾਲ ਪੁਰਾਣੀ ਬਾਣੀ ਹੈ, ਅੱਜ ਲਾਗੂ ਨਹੀਂ ਹੁੰਦੀ, ਪੂਰੀ ਦੁਨੀਆ 'ਚ ਲਾਗੂ ਨਹੀਂ ਹੁੰਦੀ। ਦੁਨੀਆ ਦੇ ਹਰ ਮਨੁੱਖ ਦੀ ਸਾਈਕੀ ਨੂੰ ਟੁੰਬ ਕੇ ਫਿਕਸਅਪ ਕਰ ਸਕਦੀ ਹੈ। ਕੋਈ ਵੀ ਦੁਨੀਆ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜੈਂਡਰ ਦਾ ਕੋਈ ਵੀ ਇਨਸਾਨ ਕਿੱਥੇ ਵੀ ਹੋਵੇ, ਭਾਵੇਂ ਉਹ ਐਥੀਸਟ ਕਮਿਊਨਿਸਟ ਹੋਵੇ, ਭਾਵੇਂ ਰੱਬ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ। ਸੋ ਮੈਨੂੰ ਇੱਕ ਛੋਟੀ ਜੀ ਸਟੋਰੀ ਯਾਦ ਆ ਗਈ ਹੈ ਕਿ ਜੰਗਲ 'ਚ ਇੱਕ ਬੰਦੇ ਨੇ ਆਪਣਾ ਜੰਗਲ ਖਰੀਦਿਆ ਹੋਇਆ ਸੀ ਔਰ ਉਹ ਲੱਕੜਾਂ ਕਟਾ ਕੇ ਵੇਚਦਾ ਸੀ। ਉਹਨੇ ਲੇਬਰ ਨੂੰ ਰੱਖਿਆ ਔਰ ਉਹਨੂੰ ਪੁੱਛਦਾ ਹੈ ਕਿ ਬਈ ਜੇਕਰ ਮੈਂ ਤੈਨੂੰ ਨੌਕਰੀ ਦਿਆਂ, ਤੂੰ ਕਿੰਨੇ ਡਾਲਰਸ ਲਏਗਾ? ਤਾਂ ਕਹਿੰਦਾ ਕਿ ਮੈਂ $10 ਪਰ ਆਵਰ ਲਵਾਂਗਾ। ਉਹਨੇ ਕਿਹਾ ਅੱਛਾ $10 ਪਰ ਆਵਰ, ਹਾਊ ਮੈਨੀ ਟਰੀਜ਼ ਯੂ ਕੈਨ ਕੱਟ ਇਨ 1 ਆਵਰ? ਤਾਂ ਉਹਨੇ ਕਿਹਾ ਮੈਂ ਕਰੀਬਨ 10 ਟਰੀਜ਼ ਕੱਟ ਦਿਆਂਗਾ। ਐਗਜ਼ਾਮਪਲ ਹੈ। ਤੇ ਇਹਨੇ ਉਹਨੂੰ ਓਕੇ ਕਰ ਦਿੱਤਾ। ਬਟ ਆਫਟਰ few days or few months ਇਹਨੇ ਦੇਖਿਆ ਕਿ ਉਹ ਘੰਟੇ ਦੇ ਅੰਦਰ ਸ਼ੁਰੂ 'ਚ ਤੇ 10 ਟਰੀਜ਼ ਕੱਟਦਾ ਸੀ, ਪਰ ਬਾਅਦ ਵਿੱਚ ਉਹਦੇ ਨਾਲ ਟਰੀਜ਼ ਕਟਿੰਗ ਦਾ ਨੰਬਰ ਘਟ ਗਿਆ ਹੈ। ਸ਼ਿਵਾਂਸ਼ੀ, ਤਾਂ ਇਹ ਨਾ ਉਹਨੂੰ ਪੁੱਛਦਾ ਹੈ ਕਿ ਤੂੰ ਪੂਰਾ ਘੰਟਾ ਮਿਹਨਤ ਨਾਲ ਕੰਮ ਨਹੀਂ ਕਰਦਾ? ਕਹਿੰਦਾ ਮੈਂ ਕੰਮ ਤੇ ਪੂਰਾ ਉਸੇ ਮਿਹਨਤ ਨਾਲ ਕਰਦਾ, ਉਸੇ ਲਗਨ ਨਾਲ ਕਰਦਾ ਹਾਂ, ਬਿਲਕੁਲ 1 ਮਿੰਟ ਜ਼ਾਇਆ ਨਹੀਂ ਕਰਦਾ। ਮੈਂ ਕੰਮ ਚੋਰ ਨਹੀਂ ਹਾਂ, ਮੈਂ ਮਿਹਨਤੀ ਹਾਂ। ਤਾਂ ਇਹਨੇ ਉਹਨੂੰ ਕਿਹਾ ਅੱਛਾ ਤੂੰ ਕੱਟਦਾ ਕਿਹਦੇ ਨਾਲ ਹੈ? ਉਹਨੇ ਆਪਣੀ ਕੁਲਾੜੀ ਐਕਸ ਇਹਨੂੰ ਦਿਖਾਈ। ਇਹਨੇ ਦੇਖਿਆ ਉਹਨਾਂ ਅੱਗੋਂ ਖਰਾਬ ਹੋ ਗਈ ਸੀ, ਖੁੰਡੀ ਹੋ ਗਈ ਸੀ। ਤਾਂ ਇਹਨੇ ਉਹਨੂੰ ਕਿਹਾ ਅੱਛਾ ਜੇ ਤੂੰ ਗੁੱਡ ਰਿਜ਼ਲਟਸ ਚਾਹੁੰਦਾ ਨਾ, then sharpen your edge। ਸੋ ਅਸੀਂ ਨਾ ਆਪਣੀ ਬੁੱਧੀ ਨੂੰ ਤੀਖਣ ਕਰਨਾ ਹੈ। ਤੀਖਣ ਮੀਨਸ ਇਹਨੂੰ ਵਿਵੇਕ ਬੁੱਧੀ ਕਰਨਾ ਹੈ। ਅਸੀਂ ਉਸ ਵਾਸਤੇ ਸ਼ਬਦਾਂ ਦੇ ਨਵੇਂ-ਨਵੇਂ ਅਰਥ ਸਮਝਦੇ ਹਾਂ ਔਰ ਵੀ ਆਰ ਥੈਂਕਫੁਲ ਟੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹਦੇ ਵਿਚਕਾਰ ਸਾਨੂੰ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਈ ਔਰ ਇਹਦੇ ਥਰੂ ਸਾਨੂੰ ਕਿਹਾ ਕਿ ਤੁਸੀਂ ਉਹ ਵਾਲੀ ਅਵਸਥਾ ਮਾਣ ਸਕਦੇ ਹੋ ਜਿਹੜੀ ਇਹਨਾਂ ਨੇ ਮਾਣੀ। ਸੋ ਉਹਨੂੰ ਹੁਣ ਅਸੀਂ ਪੁਰਾਣੀ ਨਹੀਂ ਕਹਿ ਸਕਦੇ, ਸੱਚ ਪੁਰਾਣਾ ਨਾ ਥੀਏ। ਜਦੋਂ ਅਸੀਂ ਉਹਨੂੰ ਪੁਰਾਣਾ ਵੀ ਨਹੀਂ ਕਹਿ ਸਕਦੇ ਤਾਂ ਅੱਜ ਅਸੀਂ ਜਦੋਂ ਉਸਨੂੰ ਯੂਜ਼ ਕਰਾਂਗੇ ਤਾਂ ਉਹ ਨਵੀਂ ਦੀ ਨਵੀਂ ਹੋ ਜਾਏਗੀ ਔਰ ਅਸੀਂ ਅੱਜ ਵਾਸਤੇ ਆਪਣੇ ਉੱਤੇ ਅਪਲਾਈ ਕਰਨ ਵਾਸਤੇ ਸਿੱਖਾਂਗੇ। ਤੇ ਅੱਜ ਦੇ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਅਸੀਂ ਇਹ ਸਿੱਖਣਾ ਹੈ ਕਿ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤਾਂ ਕਿ ਬਾਣੀ ਦੇ ਨਾਲ ਮੈਨੂੰ ਮੇਰਾ ਮਨ ਅਤੇ ਮੇਰੇ ਮਨ ਦੇ ਕਾਰਨ ਮੇਰੇ ਅੰਦਰ ਦਾ ਸਾਰਾ ਘਰ, ਇਹ ਸਾਰੇ ਨੂੰ ਨਾ ਮੈਂ ਫਿਕਸਅਪ ਕਰਨਾ ਹੈ। ਔਰ ਜਦੋਂ ਮੈਂ ਇਹਨੂੰ ਫਿਕਸਅਪ ਕਰਾਂਗਾ ਤਾਂ ਮੇਰੇ ਸਾਰੇ ਮੇਰਾ ਅੰਦਰ ਦਾ ਸੰਸਾਰ ਹੈ, ਮੇਰੇ ਅੰਦਰ ਦੀ ਇੱਕ ਦੁਨੀਆ ਹੈ, ਉਹਦੇ ਸਾਰੇ ਐਵੀਨਿਊਜ਼, ਸਾਰੀ ਉਹਦੀਆਂ ਫੈਕਲਟੀਜ਼, ਮੇਰੀ ਸੁਰਤ ਮਤ ਬੁੱਧ, ਮੇਰੇ ਅੰਦਰ ਦੇ ਜੀ ਜੰਤ, ਮੇਰੇ ਅੰਦਰ ਦੇ ਮੈਨੀ ਜਿਹੜੇ ਗੁੱਡ ਪੁਆਇੰਟਸ ਵਾਲੇ ਥਾਟਸ ਆਉਣ ਵਾਲੀ ਜਗ੍ਹਾ ਹੈ, ਉਹਨਾਂ ਨੂੰ ਅਸੀਂ ਆਗਾਸੀ ਖਿਆਲ ਕਹਿੰਦੇ ਹਾਂ। ਜਿੱਥੋਂ ਮੈਨੂੰ ਭੈੜੇ ਖਿਆਲ ਆਉਂਦੇ ਨੇ ਉਹਨਾਂ ਨੂੰ ਅਸੀਂ ਪਾਤਾਲੀ ਖਿਆਲ ਕਹਿੰਦੇ ਹਾਂ। ਉਹਨੂੰ ਕਹਿੰਦੇ ਨੇ ਪਾਤਾਲਾ ਪਾਤਾਲ, ਲੱਖ ਆਗਾਸਾਂ ਆਗਾਸ। ਮੈਨੂੰ ਚੰਗੇ ਮੰਦੇ ਖਿਆਲ ਆਉਂਦੇ ਨੇ ਪਰ ਮੈਂ ਚੰਗੇ ਖਿਆਲਾਂ ਨੂੰ ਪਕੜ ਕੇ ਪ੍ਰੈਕਟਿਸ ਨਹੀਂ ਕਰਦਾ ਪਿਆ, ਮੰਦੇ ਖਿਆਲ ਮੈਨੂੰ ਬੌਦਰ ਕਰਦੇ ਨੇ। ਸੋ ਹਾਊ ਆਈ ਐਮ ਲਿਓਰਡ, ਮਾਊਥ ਵਾਟਰਿੰਗ ਕਿਵੇਂ ਹੁੰਦੀ ਹੈ, ਟੈਂਪਟਿੰਗ ਕਿਵੇਂ ਹੁੰਦੀ ਹੈ, ਅਸੀਂ ਅਟਰੈਕਟ ਕਿਵੇਂ ਹੁੰਦੇ ਹਾਂ, ਹਾਊ ਵੀ ਹੂ ਅਵੇ, ਅਸੀਂ ਆਪਣੇ ਸੱਚ ਦੇ ਮਾਰਗ ਤੋਂ ਕਿਵੇਂ ਟੁੱਟਦੇ ਜਾਂਦੇ ਹਾਂ। ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਐਂਟਾਈਸਿੰਗ। ਅਸੀਂ ਕਿਸ ਤਰ੍ਹਾਂ ਉਹਦੇ ਵੱਲ ਅਟਰੈਕਟ ਹੋ ਕੇ ਖਿੱਚੇ ਚਲੇ ਜਾਂਦੇ ਹਾਂ। ਮੈਨੂੰ ਲਸਟਰਸ ਥਾਟਸ ਆਉਂਦੀਆਂ ਨੇ, ਕਿਸ ਤਰ੍ਹਾਂ ਮੈਂ ਡੇ ਬਾਈ ਡੇ ਨੈਗੇਟਿਵਸ, ਇਹ ਸਾਰੇ ਮੰਦੇ ਖਿਆਲ ਲੈ ਕੇ ਨਾ ਐਜ਼ ਇਫ ਮੈਂ ਆਤਮਘਾਤੀ ਹੋ ਗਿਆ, ਐਜ਼ ਇਫ ਮੈਂ ਆਪਣੇ ਆਪ ਨੂੰ ਡੈਥ ਸੈਂਟੈਂਸ ਦਿੰਦਾ ਹਰ ਰੋਜ਼। ਮੈਨੀ ਟਾਈਮਸ we die every day, many times। ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ, ਉਹ ਪਤਾ ਨਹੀਂ ਕਿਤਨੇ ਨਰਕ ਜੋ ਮਨਮੁਖ ਭੋਗੇ। ਮੈਂ ਡੇਲੀ ਇਹਨਾਂ ਸਾਰਿਆਂ 'ਚ ਫਸਦਾ ਹਾਂ। ਇਹ ਫਸਣ ਦੇ ਕਾਰਨ ਨਾ ਮੈਨੂੰ ਇਲੂਜ਼ਨ, ਡਿਲੂਜ਼ਨ ਭਾਵ ਮੈਨੂੰ ਭਰਮ ਪੈ ਗਿਆ ਔਰ ਮੈਂ ਭਟਕਦਾ ਰਹਿੰਦਾ ਹਾਂ। ਮੇਰੀ ਸਾਰੀ ਸੋਚ ਨਹੀਂ, ਮੈਂ ਨਾ ਵਿਸ਼ੇ ਸਰਕਲ 'ਚ ਹੀ ਫਸਿਆ ਰਹਿੰਦਾ ਹਾਂ
ਪਰ ਮੈਂ ਬਲੇਮ ਜਾਂ ਤੇ ਰੱਬ ਤੇ ਕਰ ਦਿੰਦਾ ਜਾਂ ਪਿਛਲੇ ਜਨਮ ਦੇ ਕਰਮਾਂ ਤੇ ਕਰ ਦਿੰਦਾ, ਔਰ ਮੈਂ ਜਾਂ ਆਪਣੇ ਪਤੀ ਪਤਨੀ ਜਾਂ ਬੱਚਿਆਂ ਤੇ ਕਰ ਦਿੰਦਾ। ਪਰ ਮੈਂ ਆਪ ਨਹੀਂ ਸਮਝ ਪਾ ਰਿਹਾ कि मैं अपनी ठगी वाली सोच, मन की मत वाली सोच, बिगाइलिंग सोच के कारण आप ठगाया जा रहा। मेरे को विजन ही नहीं है, मैं चेक नहीं कर पा रहा वेयर आई वॉज ड्रिफ्टेड अवे फ्रॉम द ट्रू पाथ। तो मैं कित्थों थिड़किया, कित्थों सी हो, मैं कित्थों उपजे। जे मैनू यह पता लग जाए ना कित्थों शुरू हुई सी, कित संजमे जाए, फिर ओदा सोल्यूशन मिल जाएगा। सो मैनू ना ए समझण वास्ते ना नवे नवे शब्द विचारने पैंदे ने। नवे नवे शब्द, हर शब्द चो मूड्स, ओ सारियां गल्लां जिन्हां दे नाल मैं एक किस्म दा ठगाए जाण वाली ओनू कहंदे ने ब्लैक विजर्ड। मैं ब्लैक मैजिशियन बन जाता। मैं सुपरस्टिशियस बिलीफ्स और चिंता, फिकर, मिसट्रस्ट, डिस्टर्ब्ड, अपसेट वाले ख्यालों में दिन रात रहंदा। ए मेरा एटीट्यूड बन गया। क्यों बन जाता है, किस तरह बन जाता है? सो इथों असीं ना अज दे शब्द दे अंदर एंटर करांगे। बनदा नेगेटिव्स करके है। बनदा है कि मैं अपने घर, अपने टब्बर, अपने चारों पासों नेगेटिव्स पिकअप करदा, भाव वाइसिस वाले मंदे ख्याल पिकअप करदा, जेडे विकेट थॉट्स होंदियां ने मैनू अच्छियां लगदियां ने वो मैं ले लैंदा। मेरा मन अट्रैक्ट होंदा उन्हां नाल, वो मैं ले लैंदा। अच्छा वो सारे बुरे नहीं ने, पर मैनू फिक्सअप करने नहीं आते ने। शिवांश जी, जदों मैं इंडिया रहिंदा सी ते मैनू याद है कि एक बारी ऐड आई सी, या पता नहीं किसी ने दसिया सी कि जे तुहाडे घर किचन विच या बाथरूम विच रात नूं कॉकरोच निकल आंदे ने तां तुसीं ना वो जिहड़ी बाथरूम दी जिहड़ी नाली है ना ਉਹਦੇ ਉੱਤੇ ਢੱਕਣ ਰੱਖ ਦਿਆ ਕਰੋ, ਰਾਤ ਨੂੰ कॉकरोच नहीं निकलणगे। अच्छा जी, जाली फिक्सअप हो गई। अच्छा मैं अमरीका गया, ਉੱਥੇ पता लगा मेरे बीची ਮੈਨੂੰ ਕਹਿੰਦੇ ਸੀ कि काका हीटिंग ऑन है। मैं क्या हाँ जी बीजी ऑन है। कहते थोड़ी ठंड लग रही, किधरों ठंड आ रही है। मैं देखा कि विंडो भी वैदर प्रूफ है, ठंड कित्थों आ रही है। एक जगह ना कित्थे मोरी सी, उत्थों ना बाहरों ठंड आ रही सी। अच्छा उस मोरी नूं उत्थे फिक्सअप कर दिता, ठंड नहीं आंदी। अच्छा जो मैं इंडिया आया था मैनूं ना कहंदे कि छत लीक कर रही है। मैं क्या छत ना बाहरले देशां ते घट ही लीक करदी है, लेकिन ਉੱਥੇ ਤਾਂ ਮੋਸਟਲੀ ਇਸ ਤਰ੍ਹਾਂ ਸਲੋਪ ਵਾਲੀਆਂ ਛੱਤਾਂ ਹੁੰਦੀਆਂ ਨੇ ਬਰਫ਼ ਦੇ ਕਾਰਨ ਵੈਸੇ ਵੀ। ਪਰ ਜੇ ਇੰਡੀਆ ਵਿੱਚ ਫਲੈਟ ਛੱਤ ਹੁੰਦੀ ਹੈ ਸਾਡਾ ਟੈਰੇਸ, ਤਾਂ ਨਾ ਉਹਦੇ 'ਚ ਨਾ ਮਿੱਟੀ ਘੱਟਾ, ਪੱਤੇ ਇਕੱਠੇ ਹੁੰਦੇ ਰਹਿੰਦੇ ਨੇ, ਔਰ ਜਿਸ ਨਾਲੀ 'ਚੋਂ ਪਾਣੀ ਜਾਣਾ ਹੈ ਉਸ ਨਾਲੀ ਦੇ ਉੱਤੇ ਮਿੱਟੀ ਘੱਟਾ ਇਕੱਠਾ ਹੋ ਜਾਂਦਾ है। लो जी छत लीक कर रही है, नेगेटिव हो गया तुम्हारा। अच्छा जहां से लीक कर रही है वहां पर ऐसे हो गया, अब ब्लॉकेज को ठीक कर दो। बड़ा सिंपल है, वहां से गंद हटा दिया करो, रोज सफाई कर दिया करो, वहां से मिट्टी हटा दिया करो। वाह जी वाह, बड़ा सिंपल हो गया। अच्छा है सारे वाइसिस सी मेरा घर फिक्सअप करन वास्ते, मेरे अंदर दा घर फिक्सअप करन वास्ते। इस तरह जिथों ठंड आंदी सी, जिथों गर्मी आंदी सी, जिथों लू लगदी सी, मैं वो विंडो बंद कर दिंदा सी। मैनूं पता लगा भी लू लग रही है ते मैं कार दी विंडो बंद कर ली, या एसी प्रॉपर ठंडा नहीं कर रहा थे पूरी तरह विंडो बंद कर ली। पर जे एक्सीडेंट हो तो मैं एकदम बेल्ट भी लगा ली। इस तरह अपनी नेगेटिव्स नूं फिक्सअप करन वास्ते कंपैरिजन टू मेरे मन दे अंदर दे कारज सगल आरंभ्यो कर का ਇਹ ਧਰਮ ਦਾ ਕੰਮ ਹੈ। ਇਸ ਕਰਕੇ ਅਸੀਂ ਨਾ ਸ਼ਬਦਾਂ ਦੀਆਂ ਵਿਚਾਰਾਂ ਕਰਦੇ ਹਾਂ, ਭਾਵੇਂ ਉਹ ਕਬੀਰ ਜੀ ਦੇ ਨੇ, ਫਰੀਦ ਜੀ ਦੇ ਨੇ, ਨਾਮਦੇਵ ਜੀ ਦੇ ਨੇ, 10 ਪਾਤਸ਼ਾਹੀਆਂ ਚੋਂ ਜਿਨ੍ਹਾਂ ਦੇ ਵੀ ਨੇ, ਉਹਨਾਂ ਸਾਰਿਆਂ ਦੇ ਸ਼ਬਦ ਅਸੀਂ ਨਾ ਆਪਣੇ ਅੰਦਰ ਦੇ ਘਰ ਨੂੰ ਫਿਕਸਅਪ ਕਰਨ ਵਾਸਤੇ ਸਿੱਖਦੇ ਹਾਂ, ਸਮਝਦੇ ਹਾਂ, ਬੁੱਧੀ ਨੂੰ ਸ਼ਾਰਪਨ ਕਰਦੇ ਜਾਂਦੇ ਹਾਂ, ਵਿਵੇਕ ਬੁੱਧੀ ਲੈਂਦੇ ਜਾਂਦੇ ਹਾਂ, ਔਰ ਇਹ ਸਾਰਿਆਂ ਨੂੰ ਫਿਕਸਅਪ ਕਰਦੇ ਜਾਂਦੇ ਹਾਂ। ਜਿਵੇਂ ਅਸੀਂ ਟ੍ਰੇਨ ਵਿੱਚ ਬੈਠਦੇ ਹਾਂ ਨਾ, ਤਾਂ ਟ੍ਰੇਨ ਵਿੱਚ ਕੀ ਹੁੰਦਾ ਹੈ ਕਿ एक बंदा आया, वो किसी का समान चुक के दौड़ गया, दूजा बंदा है किसी दी जेब चो समान, इस तरीके दे नाल चोरी करदे सी।
सानू टीटी ने कहा जब ट्रेन चलने वाली है ना, तुम दरवाजा बंद कर देना, इसको अंदर से लॉक कर देना, बाहर से लुटेरे आ जाते हैं। लो जी, दरवाजा बंद कर दिया। जहां जहां से जिथों जिथों जो जो तकलीफ होंदी है ਉਹ ਸਾਰੀਆਂ ਮੋਰੀਆਂ ਬੰਦ ਕਰ ਦਿੱਤੀਆਂ। ਉਹ ਮੋਰੀਆਂ ਮੈਨੂੰ ਗੁਰੂ ਵਿਜ਼ਨ ਦਿੰਦਾ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਸਾਰੀਆਂ ਮੋਰੀਆਂ ਫਿਕਸ ਅਪ ਹੋ ਗਈਆਂ, ਸਾਰਾ ਕੁਝ ਫਿਕਸ ਅਪ ਹੋ ਗਿਆ। ਹੁਣ ਇਹਦਾ ਮਤਲਬ ਕਿ ਜਦੋਂ ਅਸੀਂ ਸਾਰਾ ਕੁਝ ਫਿਕਸ ਅਪ ਕਰਦੇ ਆ ਨਾ, ਤਾਂ ਅਸੀਂ ਆਪਣੇ ਬਾਰੇ ਸੋਚਦੇ ਹਾਂ ਕਿ ਜੇ ਮੈਂ ਖੇਤੀ ਕਰ ਰਿਹਾ ਤਾਂ ਮੇਰੀ ਖੇਤੀ 'ਚ ਕਿੱਥੋਂ ਨੁਕਸਾਨ ਹੋਇਆ ਹੈ, ਅਸੀਂ ਉਹ ਫਿਕਸ ਅਪ ਕਰਦੇ ਹਾਂ। शिवांश जी, ਮੈਨੂੰ ਚਾਂਸ ਮਿਲਦਾ ਰਹਿੰਦਾ ਵਰਲਡ ਵਾਈਡ ਜਾਣ ਦਾ, ਤੇ ਮੈਂ ਕੈਲੀਫੋਰਨੀਆ ਵੀ ਜਾਂਦਾ। ਉੱਥੇ ਫ੍ਰੈਜ਼ਨੋ ਕਰਦਰਸ ਇੱਕ ਜਗ੍ਹਾ ਹੈ, ਉੱਥੇ ਚਰਨਜੀਤ ਬਾਟ ਇੱਕ ਸਰਦਾਰ ਜੀ ਮਸ਼ਹੂਰ ਨੇ, ਉਹਨਾਂ ਨੂੰ ਕਿੰਗ ਆਫ ਰੇਜ਼ਿਨ ਕਹਿੰਦੇ ਨੇ। ਉਹ ਸਾਰੀ ਦੁਨੀਆ ਵਿੱਚ ਨਾ ਮਸ਼ਹੂਰ ਨੇ। ਅਮਰੀਕਾ ਉਹ ਆਰਮੀਨੀਅਨਸ ਦੇ ਕੰਪੈਰੀਜ਼ਨ ਵਿੱਚ ਸਭ ਤੋਂ ਜ਼ਿਆਦਾ ਕਈ ਕਿਸਮਾਂ ਦਾ ਅੰਗੂਰ ਉਗਾਉਂਦੇ ਨੇ। ਮੈਨੂੰ ਕਹਿੰਦਾ ਕਿ ਵੀ ਅਸੀਂ ਨਾ ਪਹਿਲਾਂ ਪਤਾ ਨਹੀਂ ਸੀ ਸਾਨੂੰ ਕਿ ਸਾਡੀ ਫਸਲ ਨੁਕਸਾਨ ਹੁੰਦੀ ਹੈ ਤੇ ਸਾਡਾ ਨਾ ਮਾਲ ਫਰੂਟ ਘੱਟ ਉਤਰਦਾ ਹੈ। ਅਸੀਂ ਸਾਰੀ ਸਟੱਡੀ ਕੀਤੀ। ਉਹ ਮੈਨੂੰ ਨਾ ਫਿਰ ਆਪਣੇ ਖੇਤਾਂ ਵਿੱਚ ਲੈ ਗਿਆ। ਉਹਨੇ ਹਰ ਕ੍ਰੋਸਿੰਗ ਤੇ ਮੈਨੂੰ ਦਿਖਾਇਆ, ਦੇਖੋ ਇਹ ਪਿਲਰ ਲੱਗਾ ਹੈ ਨਾ ਉੱਚਾ ਜਿਹਾ, ਜਿਸ ਤਰ੍ਹਾਂ ਸਪੋਰਟਸ ਦੇ ਉੱਥੇ ਲਾਈਟ ਲੱਗੀ ਹੁੰਦੀ ਉੱਚੀ, ਇੰਨੇ ਉੱਚੇ ਪਿਲਰ ਤੇ ਨਾ ਕਹਿੰਦਾ ਸੀ ਉੱਲੂ ਰੱਖੇ ਹੋਏ ਨੇ। ਅੱਛਾ ਜੀ, ਇਹ ਉੱਲੂ ਕੀ ਕਰਦੇ ਨੇ ਜੀ ਚਰਨਜੀਤ ਜੀ? ਕਹਿੰਦਾ ਇਹ ਉੱਲੂ ਨਾ ਧਿਆਨ ਰੱਖਦੇ ਨੇ, ਰਾਤ ਨੂੰ ਚੂਹੇ ਆਉਂਦੇ ਨੇ, ਚੂਹੇ ਮੇਰੇ ਨਾ ਅੰਗੂਰਾਂ ਦੀਆਂ ਜੜਾਂ ਨੂੰ ਕੱਟ ਜਾਂਦੇ ਸੀ, ਇਹ ਉੱਲੂ ਰਾਤੀ ਨਾ ਚੂਹੇ ਖਾਂਦੇ ਨੇ, ਆਓ ਤੁਹਾਨੂੰ ਦਿਖਾਵਾਂ। ਉਹ ਨਾ ਪਿਲਰ ਦੇ ਕੋਲ ਲੈ ਗਿਆ ਜਿਹਦੇ ਉੱਤੇ ਉੱਲੂ ਰਹਿੰਦੇ ਸੀ, ਔਰ ਉਹਦੇ ਥੱਲੇ ਨਾ ਬੜੀਆਂ ਸਾਰੀਆਂ ਹੱਡੀਆਂ। ਮੈਂ ਕਿਹਾ ਹੱਡੀਆਂ ਕਿਹੜੀਆਂ? ਕਹਿੰਦਾ ਚੂਹੇ ਦੀਆਂ ਹੱਡੀਆਂ ਨੇ, ਇਹ ਉੱਲੂਆਂ ਨੇ ਖਾਧੀਆਂ ਨੇ। ਮੈਂ ਕਿਹਾ ਅੱਛਾ, ਮਤਲਬ ਤੁਹਾਡੇ ਉੱਲੂ ਸਾਰੀ ਹੈਲਪ ਕਰਦੇ ਨੇ? ਕਹਿੰਦਾ ਹਾਂ, ਇਹਨਾਂ ਚੂਹੇ ਵਾਸਤੇ ਨਾ ਇੱਥੇ ਜਿਤਨੇ ਵੀ ਸੱਪ ਨੇ ਨਾ, ਇਹ ਵੀ ਰਾਤੀ ਚੂਹਾ ਖਾ ਜਾਂਦੇ ਨੇ। ਅਸੀਂ ਸੱਪਾਂ ਨੂੰ ਮਾਰਦੇ ਨਹੀਂ ਹਾਂ, ਅਸੀਂ ਸੰਭਾਲ ਕੇ ਰੱਖਦੇ ਹਾਂ। ਪਰ ਕਹਿੰਦਾ ਹੋਰ ਆਪਣੀ ਪ੍ਰੋਡਕਸ਼ਨ ਵਧਾਉਣ ਵਾਸਤੇ ਨਾ ਅਸੀਂ ਸ਼ਹਿਦ ਦੀਆਂ ਮੱਖੀਆਂ ਰੱਖੀਆਂ ਹੋਈਆਂ, ਮਧੂ ਮੱਖੀਆਂ। ਮੈਂ ਕਿਹਾ ਅੱਛਾ, ਉਹ ਕਿਸ ਤਰ੍ਹਾਂ ਕਰਦੇ ਹੋ ਜੀ? ਕਹਿੰਦਾ ਚੱਲ ਕੱਲ ਸਵੇਰੇ ਤੈਨੂੰ ਦਿਖਾਵਾਂਗਾ। ਉਹਨੇ ਦੂਜੇ ਦਿਨ ਸਵੇਰੇ ਮੈਨੂੰ ਦਿਖਾਇਆ। ਟਰੱਕਸ ਆਏ, ਉਹਨਾਂ ਦੇ ਕਾਰਨਰ ਤੇ ਡੱਬੇ ਰੱਖ ਗਏ, ਜਿਸ ਤਰ੍ਹਾਂ ਸਾਡੇ ਦੁੱਧ ਵਾਲੀਆਂ ਜਿਹੜੇ ਡਿਪੋ ਹੁੰਦੇ ਸੀ ਨਾ, ਉਹਨਾਂ ਤੇ ਆਉਂਦੇ ਸੀ, ਦੁੱਧ ਭਰੀਆਂ ਬੋਟਲਾਂ ਰੱਖ ਜਾਂਦੇ ਸੀ, ਸ਼ਾਮ ਨੂੰ ਬੋਟਲਸ ਨੂੰ ਚੁੱਕ ਲੈਂਦੇ ਸਨ। ਸੋ ਇਸ ਤਰ੍ਹਾਂ ਨਾ ਉਹ ਸਾਰੇ ਆ ਕੇ ਨਾ ਏਰੀਆ ਵਾਈਜ਼ ਨੰਬਰ ਆਫ ਬਾਕਸਿਸ, ਹਰ ਬਾਕਸ ਦੇ ਅੰਦਰ ਮਿਲੀਅਨਸ ਆਫ ਸ਼ਹਿਦ ਦੀਆਂ ਮੱਖੀਆਂ ਨੇ। ਉਹ ਸਵੇਰੇ ਉਹਨਾਂ ਨੂੰ ਖੋਲਦੇ ਨੇ, ਉਹਨੂੰ ਖੋਲਦੇ ਨੇ, ਉਹ ਸੂਰਜ ਦੀ ਲਾਈਟ ਵਿੱਚ ਮੱਖੀਆਂ ਫਿਊ ਯਾਰਡਸ ਜਾਂ ਫਿਊ ਸਕੁਅਰ ਮੀਟਰਸ ਦੇ ਨਾ ਖੇਤ ਨੂੰ ਪੋਲਨ ਕਰਦੀਆਂ ਨੇ। ਕਹਿੰਦਾ ਸਾਡਾ ਨਾ ਇਸ ਤਰ੍ਹਾਂ ਪ੍ਰੋਡਕਸ਼ਨ ਵੀ ਵੱਧਦੀ ਹੈ। ਇਹਦਾ ਮਤਲਬ ਇਸ ਦੁਨੀਆ 'ਚ ਗਲਤ ਕੁਛ ਵੀ ਨਹੀਂ ਹੈ, ਗੰਦਾ ਕੁਛ ਵੀ ਨਹੀਂ ਹੈ, ਨੈਗੇਟਿਵ ਕੁਛ ਵੀ ਨਹੀਂ ਹੈ। ਪਰ ਮੈਨੂੰ ਜਿਹੜੇ ਥਾਟਸ ਆਉਂਦੇ ਨੇ ਅੱਜ ਦੇ ਸ਼ਬਦ ਨਾਲ ਨਾ, ਸਾਨੂੰ ਇਹ ਵੀ ਫਿਕਸ ਅਪ ਕਰਨ ਨੂੰ ਮਿਲੇਗਾ ਕਿ ਲੋਕੀ ਕਹਿੰਦੇ ਨੇ ਜੀ ਇਹ ਤੇ ਜੀਨਸ ਦੇ ਰੋਗ ਆ ਰਹੇ ਨੇ ਨਾ, ਇਹ ਤੇ ਜੀਨਸ ਦੀਆਂ ਪ੍ਰੋਬਲਮ ਆ ਰਹੀਆਂ ਨਾ, ਇਹਨਾਂ ਦੇ ਜੀਨਸ ਵਿੱਚ ਹੀ ਪਿੱਛੋਂ ਇਹ ਸ਼ਰਾਬ ਪੀਂਦੇ ਨੇ, ਇਹਨਾਂ ਦੇ ਜੀਨਸ ਵਿੱਚ ਹੀ ਪਿੱਛੋਂ ਗਾਲਾਂ ਕੱਢਦੇ ਨੇ, ਇਹਨਾਂ ਦੇ ਜੀਨਸ ਵਿੱਚ ਹੀ ਪਿੱਛੇ ਬੰਦਾ ਜਰਾ ਜਿਹਾ ਬੋਲਿਆ ਤੇ ਮਰਡਰ ਕਰ ਦਿੰਦਾ ਜੀ। ਬੜਾ ਖਤਰਨਾਕ ਟੱਬਰ ਹੈ। ਸੋ ਅੱਜ ਦੇ ਸ਼ਬਦ ਵਿੱਚ ਜੀਨਸ ਤੋਂ ਵੀ ਆ ਰਹੇ ਹੋਏ ਜਿਹੜੇ ਥਾਟ ਪ੍ਰੋਸੈਸ ਦੇ ਨੈਗੇਟਿਵਸ ਨੇ, ਉਹਨਾਂ ਨੂੰ ਫਿਕਸ ਅਪ ਕਰ ਦਿੰਦੇ ਨੇ ਕਬੀਰ ਜੀ ਅੱਜ ਦੇ ਸ਼ਬਦ ਦੇ ਅੰਦਰ। ਸੋ ਅੱਜ ਦਾ ਸਾਰਾ ਸ਼ਬਦ ਆਪਣੇ ਨੈਗੇਟਿਵਸ ਨੂੰ ਫਿਕਸ ਅਪ ਕਰਕੇ ਆਪਣੇ ਅੰਦਰ ਦੇ, ਪਰ ਅਸੀਂ ਫਿਕਸ ਅਪ ਕਿਉਂ ਨਹੀਂ ਕਰ ਪਾਉਂਦੇ? ਸਾਨੂੰ ਸਭ ਨੂੰ ਪਤਾ ਹੈ, ਹਰ ਕਿਸੇ ਨੂੰ ਪਤਾ ਹੈ, ਸਾਰਿਆਂ ਨੂੰ ਅਸੀਂ ਭਰੇ ਹੋਏ ਹਾਂ। ਵੀ ਆਰ ਫੁੱਲ ਆਫ ਧਰਮ ਦੀ ਨੌਲੇਜ ਔਰ ਗੂਗਲ ਔਰ ਵਿਕੀਪੀਡੀਆ, ਕਿਤਨੀਆਂ ਕਿਤਾਬਾਂ, ਕਿਤਨੀ ਕਥਾ, ਕਿਤਨੀ ਵਿਚਾਰਾਂ ਸੁਣੀਆਂ ਹੋਈਆਂ, ਸਭ ਨੂੰ ਪਤਾ ਹੈ। ਪਰ ਅੱਜ ਦਾ ਸ਼ਬਦ ਦੱਸ ਰਿਹਾ ਹੈ, ਜਦੋਂ ਤੁਸੀਂ ਸੱਚ ਵਾਲੇ ਪਾਸੇ ਪੈਣਾ ਚਾਹੁੰਦੇ ਹੋ ਨਾ, ਅੰਦਰੋਂ ਕਸ਼ਮਕਸ਼ ਹੁੰਦੀ ਹੈ, ਅੰਦਰੋਂ ਟਗ ਆਫ ਵਾਰ ਹੁੰਦੀ ਹੈ, ਅੰਦਰੋਂ ਫ੍ਰਿਕਸ਼ਨ ਹੁੰਦੀ ਹੈ। ਇਹ ਜਿਹੜੇ ਮੈਂ ਮੰਦੇ ਖਿਆਲ ਕੈਪੀਟਲ ਅਸੈਟ ਇਕੱਠਾ ਕੀਤਾ ਹੋਇਆ ਸੀ ਨਾ, ਇਹਨਾਂ ਦੇ ਘਰ ਮੇਰੀ ਸੁਰਤ, ਮਤ, ਬੁੱਧ, ਮੇਰੇ ਇੰਦਰੇ, ਗਿਆਨਿੰਦਰੇ, ਮੇਰੇ ਸਾਰੇ ਆਰਗਨਸ ਇਹਨਾਂ ਰੈਸਿਸਟ ਕਰਦੇ ਨੇ। ਮਨ ਰਾਜਾ ਹੈ। ਜੇ ਮਨ ਸਮਝ ਜਾਏ ਨਾ, ਫਿਰ ਇਹ ਸਾਰੇ ਆਸਤਾ ਆਸਤਾ ਫੋਲੋ ਕਰਨਾ ਸ਼ੁਰੂ ਕਰਦੇ। ਮੀਨਸ ਹੁੰਦਾ ਹੈ ਐਪੀਫਨੀ ਵਾਂਗੂ ਇੱਕਦਮ ਅੱਖ ਦੀ ਪਲਕ ਨਿਮਕ ਹੀ ਹੈ,
ਪਰ ਇਹ ਸਾਰੇ ਬਾਅਦ ਵਿੱਚ ਫਿਰ ਫੋਲੋ ਕਰਦੇ ਨੇ। ਕਈ ਸ਼ਬਦਾਂ ਵਿੱਚ ਸੁਰਤ ਦੀ ਗੱਲ ਕੀਤੀ ਹੈ, ਮਨ ਨੂੰ ਸਮਝਾਇਆ। ਕਈ ਸ਼ਬਦਾਂ ਵਿੱਚ ਮਤ ਦੀ ਗੱਲ ਕੀਤੀ ਹੈ, ਮਨ, ਸੁਰਤ, ਮਤ, ਬੁੱਧ, ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ, ਇਸ ਤਰ੍ਹਾਂ ਸ਼ਬਦਾਂ ਦੀਆਂ ਗੱਲਾਂ ਕੀਤੀਆਂ। ਪਰ ਜੇਕਰ ਜੀਆ ਜਨਤਾ ਦੀ ਗੱਲ ਕੀਤੀ ਹੈ ਤਾਂ ਉਹ ਸਾਰੇ ਬਾਹਰਲੇ ਜਿਹੜੇ ਜੀ ਜੰਤ ਨੇ ਉਹ ਮੇਰੇ ਅੰਦਰ ਵੀ ਨੇ, ਉਹਨਾਂ ਦੇ ਨੈਗੇਟਿਵਸ ਨੂੰ ਫਿਕਸ ਅਪ ਕਰਕੇ ਆਪਣਾ ਘਰ ਵਸਾਉਣ ਦੀ ਗੱਲ ਕੀਤੀ ਹੈ। ਸੋ ਜਿਹੜੀ ਅੰਦਰ ਕਸ਼ਮਕਸ਼ ਹੁੰਦੀ ਹੈ ਨਾ, ਇਸ ਤਰ੍ਹਾਂ ਮੈਂ ਇੱਕ ਸ਼ਬਦ ਪੜਿਆ ਸੀ, ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕੋਪ ਮੂੰਡ ਮੈਂ ਮਾਰਿਓ। ਜਿਨ੍ਹਾਂ ਨੇ ਕਹਾਣੀਆਂ ਬਣਾਈਆਂ ਨਾ, ਉਹ ਭਗਤ ਮਾਲ ਦੀਆਂ ਕਹਾਣੀਆਂ, ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ, ਲੋ ਜੀ ਕਬੀਰ ਨੂੰ ਚੇਨ ਦੇ ਨਾਲ ਬੰਨ ਕੇ ਗੰਗਾ ਸੁੱਟ ਦਿੱਤਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ। ਤੁਹਾਡੇ ਜਸਮੀਤ ਜੀ ਨੇ ਇਹਦੇ ਬੜੇ ਸੋਹਣੇ ਸਹਿਜ ਪਾਠ ਗਰੁੱਪ ਤੇ ਅਰਥ ਵੀ ਕੀਤੇ ਹੋਏ ਨੇ ਕਿ ਉਹ ਕਰਾਮਾਤ ਨਹੀਂ ਹੈ। ਉਹ ਸ਼ਬਦ ਦੀ ਵਿਚਾਰ ਸਾਨੂੰ ਦੱਸਦੀ ਹੈ। ਸਾਡੀ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 ਵਿੱਚ ਅਸੀਂ ਸਾਂਝ ਕੀਤਾ ਕਿ ਉਹ ਸਟੋਰੀ ਨਹੀਂ ਹੈ। ਕਬੀਰ ਜੀ ਨੂੰ ਕੋਈ ਗੰਗਾ 'ਚ ਨਹੀਂ ਸੁੱਟਿਆ, ਕਬੀਰ ਜੀ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਨੇ। ਇਸ ਤਰ੍ਹਾਂ ਹੀ ਉਹ ਹਾਥੀ ਬਾਰੇ ਵੀ ਕਹਿੰਦੇ ਜੀ, ਹਾਥੀ ਸਾਹਮਣੇ ਕਬੀਰ ਨੂੰ ਸੁੱਟ ਦਿੱਤਾ ਸੀ ਜੀ, ਇੱਕ ਹਾਥੀ ਆ ਗਿਆ ਸੀ, ਫਿਰ ਉਹਨੇ ਇੰਜ ਕੀਤਾ ਉਂਝ ਕੀਤਾ, ਕਰਾਮਾਤ ਬਣਾ ਦਿੱਤੀ। ਪਰ ਜਦੋਂ ਵੀ ਅਸੀਂ ਸਿੱਧੇ ਪਾਸੇ ਪੈਣਾ ਚਾਹੁੰਦੇ ਆ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕੋਪ ਮੂੰਡ ਮੇ ਮਾਰਿਓ। ਜਦੋਂ ਮੈਂ ਸਿੱਧੇ ਪਾਸੇ ਪੈਣਾ ਚਾਹੁੰਦਾ, ਸਿੱਧੇ ਪਾਸੇ ਦੇ ਅੱਗੇ ਮੈਂ ਸਰੈਂਡਰ ਕਰਦਾ, ਪਰ ਮੇਰਾ ਅੰਦਰ ਦਾ ਹੰਕਾਰ ਚੀਕਾ ਮਾਰਦਾ, ਹੱਸ ਭਾਗ ਕਰ ਚੀਕਾ ਮਾਰੇ। ਇਸ ਤਰ੍ਹਾਂ ਇਹ ਵਾਲੇ ਐਗਜ਼ਾਮਪਲਸ ਦਿੱਤੇ ਜਾਂਦੇ ਨੇ ਕਿ ਮੇਰੇ ਅੰਦਰ ਦਾ ਹਾਥੀ ਮੈਨੂੰ ਤੰਗ ਕਰਦਾ ਸੀ, ਫਿਰ ਉਸ ਹਾਥੀ ਉੱਤੇ ਹਸਤੀ ਸਿਰ ਜੋ ਅੰਕੁਸ਼ ਹੈ, ਐਰਨ ਜੋ ਸਿਰ ਦੇ, ਉਹ ਮਾਰਿਆ, ਅੰਕੁਸ਼ ਮਾਰਿਆ ਸਤਿਗੁਰ ਨੇ, ਮੇਰਾ ਹਾਥੀ ਟਿਊਨਡ ਹੋ ਗਿਆ, ਫਿਕਸ ਅਪ ਹੋ ਗਿਆ, ਹੁਣ ਉਹ ਤੰਗ ਨਹੀਂ ਕਰਦਾ। ਕਬੀਰ ਸਾਹਿਬ ਉਸ ਅਵਸਥਾ ਦੀ ਗੱਲ ਕਰਦੇ ਨੇ, ਹਾਊ ਟੂ ਕੌਂਕਰ ਯੂਅਰ ਈਗੋ, ਹੰਕਾਰ। ਸੋ ਉਸ ਤਰ੍ਹਾਂ ਕਬੀਰ ਜੀ ਦੇ ਇਹ ਸ਼ਬਦ ਜਿਹੜੇ ਨੇ ਨਾ, ਇਹਨਾਂ ਸ਼ਬਦਾਂ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਕਬੀਰ ਸਾਹਿਬ ਆਪਣੇ ਘਰ ਦੇ ਅੰਦਰ ਦੀ ਗੱਲ ਕਰਦੇ ਨੇ, ਕਸ਼ਮਕਸ਼ ਬਾਰੇ ਸਮਝਾ ਰਹੇ ਨੇ। ਅੱਜ ਦੀ ਕਸ਼ਮਕਸ਼ ਦਾ ਹਾਥੀ ਵਾਂਗੂ, ਕੀੜੀ ਵਾਂਗੂ, ਜੀਆਂ ਜਨਤਾ ਵਾਂਗੂ, ਸਿੰਬਲ ਰੁੱਖ ਤੋਂ ਲੈ ਕੇ ਬਗਲਾ ਭਗਤੀ ਤੋਂ ਲੈ ਕੇ ਆਈ ਹੌਕ ਵਾਲੀ, ਇਲ ਵਾਲਾ, ਈਵਲਸ ਨੂੰ ਸਾਰੇ ਫਿਕਸ ਅਪ ਕਰਨ ਦੇ ਜਿਹੜੇ ਟਰਮਸ, ਮੈਟਾਫਰਸ, ਵਰਨੈਕੂਲਰਸ ਯੂਜ਼ ਕੀਤੇ ਜਾਂਦੇ ਨੇ ਨਾ, ਅੱਜ ਦੇ ਸ਼ਬਦ ਵਿੱਚ ਕਬੀਰ ਜੀ ਦੱਸਦੇ ਨੇ ਕਿ ਜਦੋਂ ਮਨ ਨੈਗੇਟਿਵ ਤੋਂ ਸਿੱਧੇ ਪਾਸੇ ਪੈ ਜਾਂਦਾ ਹੈ, ਪੈਂਦਾ ਤੇ ਸਤਿਗੁਰ ਦੀ ਮੱਤ ਲੈ ਕੇ ਹੀ ਹੈ ਨਾ। ਹੰਬਲੀ ਜਦੋਂ ਸਤਿਗੁਰ ਦੀ ਮੱਤ ਲੈਂਦਾ ਹੈ ਤਾਂ ਜਿਹੜੀ ਉਹਦੀ ਜਿਹੜੀ ਮਨ ਕੀ ਮੱਤ ਸੀ ਨਾ, ਜਿਹੜੀ ਨੈਗੇਟਿਵ ਥਾਟਸ ਵਾਲੀ, ਜਿੱਥੋਂ ਉਹਦੇ ਕ੍ਰੀਏਸ਼ਨ, ਉਹਨੂੰ ਮਤਰੇਈ ਮਾਂ ਕਹਿੰਦੇ ਨੇ, ਉਹਨੂੰ ਬਾਂਝ ਮੱਤ ਕਹਿੰਦੇ ਨੇ, ਉਹਨੂੰ ਦੁਰਮਤ ਕਹਿੰਦੇ ਨੇ, ਉਹਨੂੰ ਭੈੜੀ ਮੱਤ ਕਹਿੰਦੇ ਨੇ, ਉਹਨੂੰ ਜਮਾ ਵਾਲੀ ਮੱਤ ਕਹਿੰਦੇ ਨੇ, ਜਿੱਥੇ ਮੈਟ੍ਰਿਕਸ ਆਫ ਥਾਟਸ ਦੇ ਨੈਗੇਟਿਵਸ ਦੇ ਖਿਆਲ ਆਉਂਦੇ ਨੇ ਨਾ, ਜਿਹਦੇ ਨਾਲ ਅਸੀਂ ਪੈਦਾ ਹੁੰਦੇ ਹਾਂ। ਸਰੀਰਕ ਨਹੀਂ, ਮੰਮੀ ਪਾਪਾ ਵਾਲੇ ਪੈਦਾ ਨਹੀਂ, ਮਨ ਕੀ ਮੱਤ ਦੇ ਨਾਲ। ਉਹਦੇ ਨਾਲ ਅਸੀਂ ਸੋਚਦੇ ਹਾਂ ਮੈਂ ਕਾਮਯਾਬ ਹੋ ਗਿਆ, ਮੈਨੂੰ ਬੜੇ ਸ਼ਾਰਟ ਕਮਿੰਗਸ ਦੇ ਨਾਲ ਮੈਂ ਕਰਕੇ ਓਵਰਨਾਈਟ ਮੈਂ ਅਮੀਰ ਤੇ ਬਣ ਗਿਆ, ਦਿਖਾਵਾ, ਹਿਪੋਕ੍ਰੇਸੀ, ਝੂਠ, ਨੈਗੇਟਿਵਸ, ਮੰਦੇ ਰਸਤੇ ਅਪਣਾ ਕੇ ਮੈਂ ਕਾਮਯਾਬੀ ਪ੍ਰਾਪਤ ਕਰ ਲਿਆ, ਉਹਦਾ ਨਾਮ ਮੈਂ ਸੁੱਖ ਰੱਖਿਆ ਹੈ, ਜਿਤਨੀ ਲਗਜ਼ਰੀ ਮਿਲੀ ਹੈ। ਅਸੀਂ ਕਹਿੰਦੇ ਹਾਂ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਦੇਖੋ ਸੁਖੀ ਨੇ, ਏਅਰ ਕੰਡੀਸ਼ਨ ਵਿੱਚ ਰਹਿੰਦੇ ਨੇ, ਮਰਸਰੀ ਕਾਰ ਵਿੱਚ ਬਹਿੰਦੇ ਨੇ, ਦੇਖੋ ਸੁਖੀ ਨੇ। ਅਸੀਂ ਇਸ ਤਰੀਕੇ ਦੇ ਨਾਲ ਫੀਲ ਕਰਦੇ ਰਹਿੰਦੇ ਹਾਂ ਕਿਉਂਕਿ ਅੰਦਰੋਂ ਸਾਨੂੰ ਉਹ ਫੁੱਲ ਕਰਦੀ ਹੈ, ਉਹ ਐਕਸੈਪਟ ਨਹੀਂ ਕਰਦੀ ਹੈ। ਸੋ ਅੱਜ ਦੇ ਸ਼ਬਦ ਵਿੱਚ ਕਬੀਰ ਸਾਹਿਬ ਅੰਦਰ ਦੇ ਟੱਬਰ ਦੀ ਗੱਲ ਕਰਦੇ ਨੇ। ਜਿਵੇਂ ਅਸੀਂ ਮਾਂ ਸੈਮੀਨਾਰ ਵਿੱਚ ਮਾਤਾ ਮਤ ਪਿਤਾ ਸੰਤੋਖ ਸ਼ਬਦ ਸਮਝਿਆ ਸੀ, ਤਾਂ ਅੰਦਰ ਦਾ ਸਾਰਾ ਟੱਬਰ ਸਮਝਿਆ ਸੀ ਕਿ ਉਹ ਅੰਦਰ ਦਾ ਟੱਬਰ ਅੰਦਰ ਦੀ ਬਾਡੀ ਨੂੰ ਕਿਵੇਂ ਫਿਕਸ ਅਪ ਕਰੀਦਾ। ਮਾਤਾ ਮਤ ਬਣ ਜਾਂਦੀ ਹੈ ਕੁਮਤ ਦੇ ਬਦਲੇ, ਪਿਤਾ ਸੰਤੋਖ ਬਣ ਜਾਂਦਾ ਹੈ ਅਸੰਤੋਖ ਦੇ ਬਦਲੇ, ਚੰਗੇ ਚੰਗੇ ਸੁਚੱਜੇ ਸੇਵਾ ਕਰਨ ਵਾਲੇ ਅੰਦਰ ਦੇ ਭੈਣ ਭਰਾ ਬਣ ਜਾਂਦੇ ਨੇ, ਅੰਦਰ ਦੀ ਚੰਗੀ ਔਲਾਦ ਬਣ ਜਾਂਦੀ ਹੈ ਕਿਉਂਕਿ ਸੁਚੱਜੀ ਮਤ ਮਿਲ ਗਈ ਹੈ। ਉਹਨੂੰ ਕਬੀਰ ਸਾਹਿਬ ਕਹਿੰਦੇ ਨੇ ਪਹਿਲੀ ਕਰੂਪ ਪੁਜਾਤ ਕੁਲਖ ਨਹੀਂ, ਪਰ ਹੁਣ ਸੱਚੀ ਮਤ ਮਿਲ ਗਈ ਹੈ, ਉਹਨੂੰ ਕਹਿੰਦੇ ਨੇ ਅਬ ਕੀ ਸਰੂਪ ਸੁਜਾਨ ਸੁਲਖ। ਇਸ ਤਰ੍ਹਾਂ ਆਪਣੇ ਟੱਬਰ ਦੀ ਫਿਕਸ ਅਪ ਦੀ ਗੱਲ ਕਰਦੇ ਨੇ ਕਬੀਰ ਸਾਹਿਬ। ਇਹਨਾਂ ਦਾ ਨਾਂ ਰਿਸ਼ਤੇ ਰੱਖਦੇ ਨੇ। ਆਪਣੀ ਔਲਾਦ ਨੂੰ ਕਹਿੰਦੇ ਨੇ कबीर ऐसा कोई ना जन्मे अपने कर लावे आग, पांचों लड़का जार के रहे राम लिव लाग।
को है लड़का बेचे लड़की बेचे कोई साझा करे ए शिवांश जी तुसी ये शब्द पिछले हफ्ते कोट भी कीता सी ये अंदर दे धीआं पुत्र आशा तृष्णा निंदा चुगली अंदर दे काम क्रोध मोहंकार अंदर दी जम मत वाले ख्याल इस तरीके नाल ओनू जेठ कहंदे ने देर कहंदे ने जिठानी कहंदे ने आशा तृष्णा दिरानी जिठानी जो मेरे अंदर धर्म की तरकड़ी लगी और उत्थे मैं ਉਹ ਸੋ ਕਾਰਡ ਧਰਮਰਾਜ ਸਮਝਦੇ ਸੀ ਉਹਨੂੰ ਜੇਠ ਕਹਿੰਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਧਰਮਰਾਜ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ ਮਨੂੰ ਜਦੋਂ ਸੱਚ ਸਮਝ ਆ ਗਿਆ ਮੈਂ ਉਸ ਲੇਖੇ ਤੋਂ ਨਹੀਂ ਹੁਣ ਕਿਉਂਕਿ ਉਹ ਸੋ ਕਾਰਡ ਜੇਠ ਦੇਵਰ ਜੇਠ ਮੂਏ ਹੁਣ ਉਹਨਾਂ ਦਾ ਕੋਈ ਫਿਕਰ ਨਹੀਂ ਘਰ ਕੇ ਜਠੇਰੇ ਕੀ ਚੂਕੀ ਕਾਣ ਆਈ ਡੋਂਟ ਕੇਅਰ ਮਨੂੰ ਜਮ ਮਤ ਸਤਾਂਦੀ ਨਹੀਂ ਮੇਰਾ ਲੇਖਾ ਹੁੰਦਾ ਹੀ ਨਹੀਂ ਇਸ ਤਰ੍ਹਾਂ ਨਾ ਵਰਨੈਕੂਲਰਸ ਔਰ ਮੈਟਾਫਰਸ ਯੂਜ਼ ਕੀਤੇ ਗਏ ਨੇ ਸੋ ਅੱਜ ਦੇ ਸ਼ਬਦ ਵਿੱਚ ਕਬੀਰ ਸਾਹਿਬ ਸਾਨੂੰ ਸਿਖਾਣਗੇ ਕਿ ਅਸੀਂ ਪਦਾਰਥਾਂ ਦੀ ਡਿਪੈਂਡੈਂਸ ਤੋਂ ਬਚਣ ਵੇਲੇ ਜਦੋਂ ਸੱਚ ਵਾਲੇ ਪਾਸੇ ਪੈਂਦੇ ਹਾਂ ਤਾਂ ਰੀਅਲ ਸੁੱਖ ਪ੍ਰਾਪਤ ਹੁੰਦਾ ਹੈ ਵਰਨਾ ਅਸੀਂ ਉਸ ਸੁੱਖ ਦੇ ਕਾਰਨ ਅਸੀਂ ਪੂਰੀ ਤਰ੍ਹਾਂ कंटेंटमेंट वाली संतोख की अवस्था प्राप्त नहीं कर पाते और असी तृष्णालु हो जाते हैं साडी अंदर कश्मकश चलती रहती है असी पदार्थां ते डिपेंडेंट हो जाते हैं डिपेंडेंस ऑन द मटीरियल वर्ल्ड साडी तृष्णा कहलाती है डिसकंटेंटमेंट हो जाती है और वही सानू बार बार खिंचती रहती है मेरा मन रजिया नहीं ना होया मन संतोखी नहीं है मन नू संतोख देने वास्ते इच्छा पूरक सर्व सुख दाता हर जाके वास है काम देना सारिया इच्छा पूरियां हो सकदियां ने जे मेरा मन फिक्स अप हो जाए मेरे मन नू विजडम मिल जाए संतोखी हो जाए विण तो धोर जे मंगना सिर दुखा के दुख दे नाम संतोखिया उतरे मन की भूख मन दी भूख उतर गई ना बस सर्व सुखा का दाता प्राप्त इच्छा पूरियां हो गई माई मेरे मन को सुख कोट आनंद राज सुख हुए हर सिमरत बिन से सब दुख इस तरह कबीर जी आज दे शब्द दे नाल सानू जो कुछ भी सिखाणगे असी ओदे नाल समझना है बाणी अंदर सस किनू कहंदे ने सौरा किसनू कहंदे ने सस्सू ते पिरकीनी वाक तुसी एक होर शब्द पढ़ना मेरे को लिमिटेड समय अंदर ਉਹਨੂੰ ਐਕਸਪਲੇਨ ਕਰਨਾ ਮੁਸ਼ਕਲ ਹੋ ਜਾਏਗਾ ਘਰ ਕੇ ਜਠੇਰੀ ਕੀ ਚੁੱਕੀ ਕਾਂਡ ਸੁਨੋ ਜਿਠਾਨੀ ਦਿਰਾਨੀ ਅੱਜ ਦੇ ਟੌਪਿਕ ਵਿੱਚ ਆਏਗਾ ਉਹਦੇ ਬਾਰੇ ਕਹਿੰਦੇ ਨੇ ਮੰਮੀ ਪਾਣੀ ਦੇ ਹਾਂਜੀ ਇੱਕ ਕੋਸਾ ਪਾਣੀ ਹੈਲੋ ਸਵਾਲਿਨ ਰੱਖ ਸੋ ਜਦੋਂ ਅਸੀਂ ਐਸੇ ਲਫ਼ਜ਼ ਪੜ੍ਹਦੇ ਹਾਂ ਨਾ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਭਗਤ ਮਾਲ ਵਾਲਿਆਂ ਨੇ ਕਬੀਰ ਜੀ ਦੇ ਉੱਤੇ ਨਾ ਇਸ ਤਰੀਕੇ ਦੇ ਨਾਲ ਸਟੋਰੀ ਬਣਾ ਕੇ ਲਿਖ ਦਿੱਤੀ ਬੜੇ ਸਾਰੇ ਸ਼ਬਦਾਂ ਦੀ ਇਸ ਤਰ੍ਹਾਂ ਹੀ ਸਾਰੇ ਭਗਤਾਂ ਦੇ ਬਾਰੇ ਅਤੇ ਜਿਹੜੇ ਸਾਡੇ ਸਿੱਖ ਜਗਤ ਵਿੱਚ ਮਸ਼ਹੂਰ ਹਨ ਸਾਡੇ ਇਤਿਹਾਸ ਵਿੱਚ 10 ਪਾਤਸ਼ਾਹੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਨਾਲ ਵੀ ਸਾਨੂੰ ਕਈ ਐਸੀਆਂ ਕਹਾਣੀਆਂ ਜਿਹੜੀਆਂ ਜੋੜ ਦਿੱਤੀਆਂ ਗਈਆਂ ਕਰਾਮਾਤੀ ਜੀ ਦੇ ਕਾਰਨ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰ ਪਾਉਂਦੇ ਹਾਂ ਸਾਨੂੰ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਵਾਨ ਸੁਚੱਜੀ ਮਤ ਮਿਲ ਜਾਏ ਤਾਂ ਸੁਚੱਜਾ ਪਿਤਾ ਮਿਲ ਜਾਏ ਤਾਂ ਅੰਦਰ ਦੇ ਪਿਤਰ ਫਿਕਸ ਅਪ ਹੋ ਜਾਂਦੇ ਨੇ ਉਹਨਾਂ ਦੇ ਨਾਲ ਜੰਮਿਆ ਪੂਤ ਭਗਤ ਗੋਬਿੰਦ ਦਾ ਮੇਰਾ ਨਵਾਂ ਜਨਮ ਹੁੰਦਾ ਹੈ ਉਹਨੂੰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਉਹ ਸ਼ਬਦਾਂ ਦੀ ਸਾਰੀ ਵਿਚਾਰ ਅੰਦਰ ਟੁੱਕ ਸਕਦੀ ਹੈ ਪਰ ਕਬੀਰ ਜੀ ਦੇ ਅੱਜ ਦੇ ਸ਼ਬਦ ਦੀ ਸਟੋਰੀ ਨੂੰ ਅਸੀਂ ਵਿਚਾਰ ਲਈਏ ਤੇ ਕਬੀਰ ਜੀ ਜਦੋਂ ਸਿੱਧੇ ਪਾਸੇ ਪੈਂਦੇ ਨੇ ਤਾਂ ਉਹ ਕਹਿੰਦੇ ਨੇ ਜੀ ਕਬੀਰ ਦੀ ਮਾਂ ਰੋ ਰਹੀ ਹੈ ਦੇਖੋ ਮੁਸਮੁਸ ਰੋਵੇ ਕਬੀਰ ਕੀ ਮਾਈ ਬਾਰਕ ਐਸੇ ਜੀਵੇ ਰਘੁਰਾਈ ਇਸ ਤਰੀਕੇ ਦੇ ਨਾਲ ਕਦੀ ਕਹਿੰਦੇ ਨੇ ਜੀ ਕਬੀਰ ਨੇ 2 ਵਿਆਹ ਕੀਤੇ ਹੋਏ ਸੀ ਕਦੀ ਕੁਝ ਕਹਿੰਦੇ ਨੇ ਕਦੀ ਕੁਝ ਕਹਿੰਦੇ ਨੇ ਕਬੀਰ ਦੀ ਵੋਟੀ ਰੁੱਸ ਗਈ ਸੀ ਕਰਵਟ ਦੇ ਮੋਹ ਕੋ ਕਾਹੇ ਕੁਮਾਰੇ ਬੜੇ ਸਾਰੇ ਸ਼ਬਦ ਮੈਂ ਸਿਰਫ ਟੱਚ ਕਰ ਰਿਹਾ ਔਰ ਅੱਜ ਦੇ ਸ਼ਬਦ ਅੰਦਰ ਐਂਟਰ ਕਰਨ ਵਾਸਤੇ ਸਮਝ ਰਿਹਾ ਕਿ ਲਗਜ਼ਰੀ ਔਰ ਸ਼ਾਰਟਕਟ
ਔਰ ਸੋ ਕਾਰਡ ਸੁੱਖਾਂ ਨੂੰ ਅਸੀਂ ਸੁੱਖ ਸਮਝ ਲੈਂਦੇ ਤੇ ਉਹ ਮੇਰਾ ਹਨੇਰਾ ਬਣ ਜਾਂਦਾ ਹੈ। ਸੋ ਆਓ ਅਸੀਂ ਅੱਜ ਦੇ ਸ਼ਬਦ ਨੂੰ ਹੁਣ ਵਿਚਾਰਦੇ ਹਾਂ। ਅੱਜ ਦਾ ਸ਼ਬਦ ਬਿਲਾਵਲ ਰਾਗ ਵਿੱਚ ਹੈ। ਕਬੀਰ ਸਾਹਿਬ ਦਾ ਸ਼ਬਦ ਹੈ, ਨਿਤ ਉਠ ਕੋਰੀ ਗਾਗਰ ਆਨੇ ਲੀਪਤ जियो गयो, ताना बाना कछु न सूझे हर हर रस लपटियो, हमारे कुल कौने राम कहो, जबकि माला लई निपूते तब ते सुख न पयो रहाओ। सुनहो जिठानी सुनहो दिरानी आचर्य एक पयो, सात सूत इन मुंडी एक होए, ये मुंडिया क्यों न मुयो। सर्व सुखा का एक हर स्वामी सो गुरु नाम देयो, संत प्रहलाद की पैज जिन राखी हर नाखश नख बिदरियो। घर के देव पितर की छोड़ी गुरु को शब्द लियो, कहत कबीर सगल पाप खंडन संता ले उधरियो। जे किधरे मेरे को शुद्ध उच्चारण की गलती हुई तो मैं खिमा दा जाचक हाँ। वो तुहानू जसमीत जी या शिवांश जी या सीमा भैन जी करैक्ट कर देंगे। मेरे को बड़ियां गलतियां हो जाती, उन्होंने वास्ते मैं माफी चाहता। सो अज दे शब्द विच जिहड़ी स्टोरी सी उहदे चों कहंदे ने कि कबीर दी मां कह रही है, हमारे कुल कौने राम क्यों, जबकि माला लई नहीं पूते तब ते सुख ना पियो। पर असी सब जानते हैं कि गुरु ग्रंथ साहिब विच कबीर जी दी मां दी बाणी नहीं है। गुरु ग्रंथ साहिब विच कबीर जी दी बस है। गुरु ग्रंथ साहिब विच जदों आएगा श्लोक मरदाना महला पहला, तो मरदाना जी दी बाणी नहीं है, वो महला पहला दी बाणी है। मरदानगी उहदे विच सिखाई है, हाउ टू बी माइटी माइटी खालसा वॉरियर किवें बनते ने, गुसाई दा पहलवानड़ा किवें बनते ने। कोई स्त्री कोई कुड़ी भी मर्दानगी प्राप्त कर सकती है। हाउ टू कॉम्बैट विद वाइसिस, जम्मा नाल फाइट किवें करीदा है। सो अज दे शब्द कहंदे जबकि माला लई निपूते तब ते सुख ना पियो। ए कौन कह रहा जी? कबीर दी मां कह रही है, हमारे कुल कौन ने राम क्यों, साडे कुल ही ते किसी ने राम किया नहीं, पर मेरे पुत्र कबीर नू निपूते कह रही है उस सो कार्ड स्टोरी मुताबिक। जदों दी इन्ने माला फड़ ली है तां तो सुख नहीं है। ਇਹਦਾ मतलब वो नैगेटिव्स ਨੂੰ सुख ਮੰਨਦੀ ਸੀ, सच ਦੇ ਪਾਸੇ ਪੈਣ ਤੋਂ ਉਲਟ ਵਾਲੇ ਖਿਆਲਾਂ ਨੂੰ ਸੁਖ ਮੰਨਦੀ ਸੀ। ਪਰ शिवांश जी, एक कबीर जी ਦਾ ਸ਼ਬਦ ਹੈ, ਬਿਲਾਵਲ ਰਾਗ ਵਿੱਚ ਹੈ ਤੇ ਕਬੀਰ ਜੀ ਦੱਸ ਰਹੇ ਨੇ ਕਿ ਜਦੋਂ ਅਸੀਂ कहो कबीर जब जाने तो मन मान्या लोग ना भतीजे, उन्हें ना बाकी सारे सीधे पासे नहीं पे ने, बाहरले लोग मनन या ना मनन, पर मेरे अंदर दे भी ना सारे उन्हें सीधे पासे पे ही नहीं ने। कशमकश किवें होंदी है, फ्रिक्शन किवें होंदी है। साडे सामने एक सिचुएशन आती है, मैं राइट करा कि रॉन्ग करा, पर असी पता ही नहीं किस तरह रॉन्ग वाला एक्शन पिकअप कर लेंदे आ। मैं चाहता नहीं सी कि मैं गाल कड्डा, पर पता नहीं किस तरह मेरे को उस वेले गाल कड्डी गई। ਇਹਦਾ मतलब मेरा डिसीजन गलत हो गया, मेरी विवेक बुद्धि नहीं सी। मैं कंपेयर नहीं कर पा गया कि व्हाट इज राइट व्हाट इज रॉन्ग। विवेक बुद्धि सिर्फ राइट और रॉन्ग नहीं पता करना होता, विवेक बुद्धि ਦਾ पूरा पैकेज ਹੁੰਦਾ ਹੈ। राइट की है रॉन्ग की है, ਇਹਦਾ ਛੇਤੀ ਨਾਲ डिसीजन कर पाना और डिसीजन करके रॉन्ग ਨੂੰ छोड़ देना और राइट नु पिकअप करके दृढ़ करना, ओदी प्रैक्टिस करना। मैं कौड़ा नहीं बोलना, तुसी मैनू मेरे नाल कौड़ा बोल लो, तुसी मेरे नाल उच्चा बोल लो, तुसी मैनू गालां कढ लो, तुसी मेरे पति जी हो ना, मेरे पेके नू बुरा भला कह रहे हो ना, पर मैं उत्थों ना चंगे गुण सीख के आई हां। या पत्नी बुरा भला मेरी मां नू कह रही है, ਤਾਂ ਤੂੰ ਆਪਣੇ ਪੇਕੇ ਤੋਂ ਸ਼ਾਇਦ ਕੁਝ ਗਲਤ ਸਿੱਖਾਈ ਹੋਏਗੀ। ਅਸੀਂ ਨਹੀਂ ਤੈਨੂੰ ਬੁਰਾ ਭਲਾ ਕਹਿਣਾ, ਅਸੀਂ ਨਹੀਂ ਤੇਰੇ ਪੇਕਿਆਂ ਨੂੰ ਬੁਰਾ ਭਲਾ ਕਹਿਣਾ, ਅਸੀਂ ਤੈਨੂੰ ਡੋਰਮੈਟ ਪੈਰ ਦੀ ਜੁੱਤੀ ਨਹੀਂ ਬਣਾਉਣਾ। ਇਸ ਤਰ੍ਹਾਂ ਡਿਸੀਜਨ ਕਰਕੇ ਰਾਈਟ ਐਕਸ਼ਨ ਲੈਣ ਤੱਕ ਜਿਹੜਾ ਪੈਕੇਜ ਬੰਦਾ ਨਾ, ਉਹਨੂੰ ਵਿਵੇਕ ਬੁੱਧੀ ਕਹਿੰਦੇ ਨੇ। ਸੋ ਕਬੀਰ ਜੀ ਅੱਜ ਸਾਨੂੰ ਸਾਰਿਆਂ ਨੂੰ ਅਪਲਾਈ ਕਰਨ ਨੇ ਕਿ ਦਿਨ ਵਿੱਚ ਲੱਖਾਂ ਵਾਰੀ ਤੁਹਾਨੂੰ ਐਸੇ ਮੂਮੈਂਟਸ ਆਣਗੇ राइट और रॉन्ग चो चूज करना है, पर असी सारे रॉन्ग वाल, क्योंकि हाउ वी आर ल्योर्ड, हाउ वी एंटाइसिंग हो रहे हैं, किस तरह सानू टेम्पटिंग लगता है, किस तरह साडे मुंह च पानी आ जाता है नेगेटिव्स के कारण, माउथ वाटरिंग होती है, किस तरह असी अपने आप नू
ਉਹਦੇ ਚ ਵਿਸ਼ਿਅਸ ਸਰਕਲ ਵਿੱਚ ਫਸਾਉਂਦੇ ਜਾਂਦੇ ਹਾਂ, ਕਿਸ ਤਰ੍ਹਾਂ ਅਸੀਂ ਪਲ ਪਲ ਮਰਦੇ ਜਾਂਦੇ ਹਾਂ, ਹਾਊ ਵੀ ਆਰ ਸੈਂਟੈਂਸਡ ਟੂ ਡੈਥ ਐਵਰੀ ਡੇ। ਇਸ ਕਸ਼ਮਕਸ਼ ਤੋਂ ਛੁੱਟਣਾ ਹੈ। ਸੋ ਕਬੀਰ ਜੀ ਕਹਿੰਦੇ ਨੇ ਪਹਿਲੇ ਪਦੇ ਚ, ਹੁਣ ਤੱਕ ਮੈਂ ਜਿਤਨਾ ਪ੍ਰੀਫੇਸ ਬਣਾਇਆ ਨਾ, ਇਹਦੇ ਨਾਲ ਨਾ ਸ਼ਬਦ ਇੱਕਦਮ ਬਹੁਤ ਸਿੰਪਲੀ ਫਲੋ ਚਾਰਟ ਵਿੱਚ ਨਾ ਸਮਝ ਆਉਂਦਾ ਜਾਏਗਾ ਔਰ ਆਪਣੇ ਤੇ ਟੁਕਾਉਂਦੇ ਜਾਵਾਂਗੇ। ਕਬੀਰ ਸਾਹਿਬ ਕਹਿੰਦੇ ਨੇ ਮੇਰੀ ਮਤ ਦੇਖ ਰਹੀ ਹੈ ਕਿ ਬਈ ਨਿਤ ਉਠ ਕੋਰੀ ਗਾਗਰ ਆਨੇ ਲੀਪਤ ਜਿਉ ਗਇਓ, ਤਾਨਾ ਬਾਨਾ ਕਛੂ ਨਾ ਸੂਝੈ ਹਰ ਹਰ ਰਸ ਲਪਟਿਓ। ਮਨ ਜਿਹੜਾ ਨੈਗੇਟਿਵ ਥਾਟਸ ਦੇ ਨਾਲ, ਕਿਉਂਕਿ ਸੁਰਤ ਹਮੇਸ਼ਾ ਧਿਆਨ ਹਮੇਸ਼ਾ ਨੈਗੇਟਿਵ ਵੱਲ ਰਹਿੰਦਾ ਸੀ, ਉਹ ਜਿਹੜਾ ਮਨ ਹੈ ਨਾ ਉਹ ਉਹਨਾਂ ਦੇ ਨਾਲ ਨਾ ਉਹਦੀ ਪੱਤ ਲੁੱਟੀ ਜਾਂਦੀ ਸੀ। ਵਾਈਸਿਸ ਦੇ ਨਾਲ ਜਦੋਂ ਅਸੀਂ ਜੀਂਦੇ ਆ ਨਾ, ਅਸੀਂ ਮਤ ਕਰਕੇ ਵਰਜਿਨ ਨਹੀਂ ਰਹਿੰਦੇ। ਸਰੀਰਕ ਤੌਰ ਤੇ ਵਿਆਹ ਕਰਨ ਤੋਂ ਬਾਅਦ ਜੋ ਕੋਈ ਸੈਕਸ ਕਰਦਾ ਉਹਦੀ ਗੱਲ ਨਹੀਂ ਚੱਲ ਰਹੀ। ਸਾਰੀ ਉਮਰ ਅਸੀਂ 90 80 100 ਸਾਲ ਦੇ ਹੋ ਜਾਈਏ, ਭਾਵੇਂ ਅਸੀਂ ਨਿੱਕੇ ਜਿਹੇ ਬੱਚੇ ਹੋਈਏ, ਅਸੀਂ ਸਾਰੀ ਉਮਰ ਵਰਜਿਨ ਰਹਿ ਸਕਦੇ ਹਾਂ, ਥਾਟਸ ਕਰਕੇ, ਮਤ ਕਰਕੇ, ਸੁਰਤ ਕਰਕੇ। ਇਹਨੂੰ ਪੰਚਾਲੀ ਬੋਲਦੇ ਨੇ। पंचाली को राजसभा में राम नाम सुधाई। जे अपने उत्ते सतगुर दी मत दा करमी आवे, कपड़ा दा चोला ओढ़ लवे ना, उन्होंने कहते ने सच्चो ओढ़ है सब को। जदों ओढ़ लेंदे ना वो वाला कपड़ा सच दी मत दा प्रेम पटोला तैश दिता ओढ़ लेंदे ना, तां फिर जम साडी पत नहीं लुटदे ने। ਜਦੋਂ ਜੰਮ ਸਾਡੀ ਪਤ ਨਹੀਂ ਲੁੱਟਦੇ ਨੇ, ਉਹ ਜਿਹੜਾ ਉਹਨੂੰ ਕਹਿੰਦੇ ਨੇ ਕਰਮੀ ਆਵੇ ਕੱਪੜਾ, ਅਸੀਂ ਉਹ ਓੜ ਲੈਂਦੇ ਹਾਂ। ਉਹ ਮੇਰੀ ਮੱਤ, ਉਹ ਜਦੋਂ ਮੇਰੀ ਮੱਤ ਵਿਕਾਰਾਂ ਤੋਂ ਮਾਰ ਨਹੀਂ ਖਾਂਦੀ ਹੈ, ਵਾਈਸਿਸ ਵੱਲ ਅਟਰੈਕਟ ਨਹੀਂ ਹੁੰਦੀ ਹੈ, ਫਿਰ ਵਾਈਸਿਸ ਵਾਲੇ ਮੰਦੇ ਕਰਮ ਹੁੰਦੇ ਹੀ ਨਹੀਂ ਨੇ, ਬੈਡ ਡੀਡਸ ਹੁੰਦੀਆਂ ਹੀ ਨਹੀਂ, ਡਿਸਟਰਬਿੰਗ ਖਿਆਲ ਆਉਂਦੇ ਹੀ ਨਹੀਂ, ਫਿਕਰ ਡਰ ਚਿੰਤਾ ਤੌਖਲਾ ਰਹਿੰਦਾ ਹੀ ਨਹੀਂ, ਫ੍ਰਿਕਸ਼ਨ ਹੀ ਨਹੀਂ ਰਹਿੰਦੀ, ਸਭ ਨਾਲ ਪਿਆਰ ਬਣਦਾ ਜਾਂਦਾ ਹੈ, ਹਾਰਮੋਨੀਅਸ ਲਾਈਫ ਹੁੰਦੀ ਜਾਂਦੀ ਹੈ। ਹਾਰਮਨੀ ਜੀਣ ਵਾਸਤੇ ਮੈਨੂੰ ਕਹਿੰਦੇ ਨੇ ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਤਰੇ ਪਿਆਰ, ਬਸ ਵਾਹ ਜੀ ਵਾਹ। ਫੇਰ ਕੇ ਇੰਜ ਰੱਖਿਆ ਨਾ ਮੂੰਹ ਨੂੰ, ਫੇਰ ਕੇ ਅੱਗੇ ਰੱਖਿਆ ਜਿਤ ਦਿਸ਼ਾ ਦਰਬਾਰ ਲੋ ਜੀ ਮਨੂੰ ਤੇ ਤੁਹਾਡਾ ਖਜ਼ਾਨਾ ਹੀ ਸਾਰਾ ਪ੍ਰਾਪਤ ਹੋ ਗਿਆ, ਤੁਹਾਡੇ ਵਰਚੂਸ ਦਾ ਖਜ਼ਾਨਾ ਪ੍ਰਾਪਤ ਹੋ ਗਿਆ। ਮੈਂ ਤੇ ਹੁਣ ਮਿੱਠਾ ਬੋਲਦਾ, ਹੁਣ ਮੇਰਾ ਲੋਕਾਂ ਨਾਲ ਪਿਆਰ ਵੱਧਦਾ, ਡਿਸਹਾਰਮਨੀ ਨਹੀਂ ਹੁੰਦੀ। ਸੋ ਜਦੋਂ ਅਸੀਂ ਜੰਮਾਂ ਤੋਂ ਨਹੀਂ ਲੁੱਟੇ ਜਾਂਦੇ ਨਾ, ਉਹਨੂੰ ਜਪਜੀ ਚ ਪੜ੍ਹਦੇ ਹਾਂ, ਕੁਆਰੀ ਕਾਇਆ ਜੁਗਤ। ਜੁਗਤ ਮੀਨਸ ਟੈਕਨੀਕ, ਗੁਰ। ਅਸੀਂ ਕੀ ਵਰਤਦੇ ਹਾਂ ਕਿ ਮੈਂ ਆਪਣੀ ਮੱਤ ਨੂੰ ਮੈਲਾਈਨ ਨਹੀਂ ਹੋਣ ਦੇਣਾ, ਆਪਣੀ ਮੱਤ ਨੂੰ, ਆਪਣੀ ਸੁਰਤ ਨੂੰ, ਆਪਣੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਮੰਦੇ ਖਿਆਲਾਂ ਵਾਲੇ ਜੰਮਾਂ ਤੋਂ ਪੱਤ ਨਹੀਂ ਲੁੱਟਣ ਦੇਣਾ। ਦੇ ਕੈਨ ਨੈਵਰ ਰੇਪ ਮੀ, ਉਹ ਕਦੇ ਮੇਰੀ ਇੱਜ਼ਤ ਨਹੀਂ ਲੁੱਟ ਸਕਦੇ ਨੇ। ਕੁਆਰੀ, ਉਹ ਥਾਟ ਪ੍ਰੋਸੈਸ ਦਾ ਘੜਾ ਮੈਂ ਸਿਰ ਤੇ ਰੱਖ ਕੇ ਚੱਲਦਾ। ਇੱਕ ਫਰੀਦ ਜੀ ਦਾ ਸ਼ਲੋਕ ਸੀ ਨਾ, ਕੰਧ ਕੁਹਾੜਾ ਸਿਰ ਕੜਾ, ਵਣ ਕੈਸਰ ਲੋਹਾਰ, ਹੋ ਲੋੜੀ ਸ਼ੋ ਆਪਣਾ ਤੂੰ ਲੋੜ ਹੈ ਅੰਗਿਆਰ। ਉਹ ਵਰਚੂਸ ਦੇ ਬਦਲੇ ਵਾਈਸਿਸ ਦੀ ਤ੍ਰਿਸ਼ਨਾ ਦੀ ਅਗਨ ਤੂੰ ਲੱਭਦਾ ਹੈ। ਉਹ ਕਹਿੰਦੇ ਨੇ ਜਿਸ ਤਰ੍ਹਾਂ ਕੈਸਰ ਰਾਜਾ ਸੀ ਨਾ ਰੋਮ ਦਾ, ਉਹ ਜਦੋਂ ਪੈਦਾ ਹੋਇਆ ਉਹਦੀ ਮਾਂ ਮਰ ਗਈ। ਇਸ ਪ੍ਰਤੀਕ ਨੂੰ ਵਰਤਿਆ, ਵਣ ਕੈਸਰ ਲੋਹਾਰ ਮੀਨਸ ਉਹ ਜਿਹੜਾ ਕੈਸਰ ਹੈ ਉਹ ਜੰਗਲ ਵਿੱਚ ਹੈ ਔਰ ਉਹਦੇ ਕੋਲ ਮਾਂ ਹੈ ਨਹੀਂ ਸੀ, ਉਹਨੂੰ ਚੰਗੀ ਮੱਤ ਨਹੀਂ ਮਿਲੀ। ਇਸ ਕਰਕੇ ਕੈਸਰ ਰਾਜਾ ਮਸ਼ਹੂਰ ਹੈ ਕਿ ਉਹ ਲੋਕਾਂ ਦੇ ਜਸਟਿਸ ਨਹੀਂ ਸੀ ਕਰਦਾ, ਇੱਕਦਮ ਡੈਥ ਸੈਂਟੈਂਸ ਦੇ ਦਿੰਦਾ ਸੀ, ਮਾਰ ਦਿੰਦਾ ਸੀ ਲੋਕਾਂ ਨੂੰ। ਮਤਲਬ ਉਹਨੂੰ ਉਹ ਠੀਕ ਤਰ੍ਹਾਂ ਰਾਜ ਕਰਨ ਦਾ, ਨਿਆਂ ਕਰਨ ਦਾ ਢੰਗ ਆਇਆ ਨਹੀਂ, ਕਿਉਂਕਿ ਬਚਪਨ ਤੋਂ ਪੈਦਾ ਹੋਣ ਸਰ ਮਾਂ ਮਰ ਗਈ ਸੀ। किसी माँ ने उन्होंने ठीक तरह दूध नहीं पिलाया, किसी माँ ने उन्होंने विजडम का दूध नहीं पिलाया, किसी माँ ने उन्होंने नर्चर नहीं किया, गुड ह्यूमन बीइंग बनाया नहीं, इस करके वड्डा होके क्रूअल हो गया। सो कंध कुहाड़ा इत्थे कुलाड़ी रखी है, सिर कड़ा हुंदा तृष्णा दा, हर वेले डिससैटिस्फाइड, हर वेले डिसकंटेंटेड, हर वेले शिकवे शिकायत, गिले शिकवे, टॉन्ट्स, हर वेले डिमांड्स, हर वेले एक्सपेक्टेशंस, हर वेले ब्लेमिंग अदर्स, एनू सिर कड़ा कहंदे ने। पर कबीर जी कहंदे ने नित उठ कोरी गागर आने, कोरी पूरी, माय गॉड सारी मेरी जिहड़ी मैं अपनी
ਥਾਟ ਪ੍ਰੋਸੈਸ ਦੀ ਆਪਣੀ ਅੰਦਰ ਦੇ ਸਰੀਰ ਦੀ ਜਿਹੜੀ ਮੈਂ ਆਪਣੀ ਬਣਾਈ ਹੋਈ ਹੈ ਨਾ, ਉਹ ਕੋਰੀ, ਉਹਨੂੰ ਜੰਮ ਨਹੀਂ ਲੁੱਟਦੇ ਨੇ। ਨਿਤ ਕੋਰੀ ਗਾਗਰ ਆਨੇ ਲੀਪਤ ਜਿਓ ਗਇਓ, ਜਿਹੜਾ ਮੇਰਾ ਮਨ ਟੈਂਪਟਿੰਗ ਸੀ ਨਾ ਵਾਈਸਿਸ ਵੱਲ, ਉਹ ਗਿਆ। ਹੁਣ ਹੋਣਾ ਮੁਆ ਮੇਰੀ ਮੁਈ ਬੁਲਾਏ, ਮੇਰੇ ਸਾਰੇ ਵਾਈਸਿਸ ਵਾਲੀ ਥਾਟਸ ਦਾ ਉਹ ਸਾਕਤ ਬਪਰਾ ਮਰ ਗਿਆ, ਉਹ ਗਿਆ। ਲੀਪਤ ਜਿਓ ਗਇਓ, ਇਹ ਜਿਹੜਾ ਮੈਂ ਭੈੜੇ ਪਾਸੇ ਅਟਰੈਕਟ ਹੁੰਦਾ ਸੀ ਨਾ, ਹੁਣ ਨਹੀਂ ਹੁੰਦਾ। ਇਹ ਵਾਲੀ ਜੀਵਨੀ ਬਣ ਗਈ। ਤਾਨਾ ਬਾਨਾ ਕਛੂ ਨਾ ਸੂਝੇ, ਇਹਦੇ ਨਾਲ ਕਬੀਰ ਜੀ ਦੇ ਨਾਲ ਉਹਨਾਂ ਨੇ ਸਟੋਰੀਜ਼ ਜੋੜ ਦਿੱਤੀ ਜੀ। ਉਹ ਤਾਨਾ ਬਾਨਾ ਕੱਪੜੇ ਬੁਣਦੇ ਸੀ, ਖੱਡੀ ਦੇ ਝੁਲਾਏ ਸੀ। ਦਰਅਸਲ ਕਬੀਰ ਜੀ ਐਸੀਆਂ ਗੱਲਾਂ ਕਰਦੇ ਨੇ, ਐਸੇ ਫਰੇਜ਼ਿਸ ਈਡੀਅਮਸ ਵਰਤਦੇ ਨੇ ਜਿਨ੍ਹਾਂ ਬਾਰ-ਬਾਰ ਤਾਨਾ ਬਾਨਾ, ਇਸ ਤਰੀਕੇ ਨਾਲ ਕਹਿੰਦੇ ਨੇ ਗਗਨ ਨਗਰ ਇੱਕ ਬੂੰਦ ਨਾ ਬਰਖੈ, ਇਸ ਤਰੀਕੇ ਦੇ ਨਾਲ ਕਹਿੰਦੇ ਨੇ ਤਨਨਾ ਬੁੰਨਾ ਸਭ ਤਜਿਓ ਹੈ ਕਬੀਰ। ਉਹ ਕਬੀਰ ਦੀ ਮਾਂ ਨਹੀਂ ਕਹਿ ਰਹੀ, ਕਬੀਰ ਮੰਦੇ ਖਿਆਲਾਂ ਦਾ ਤਾਣਾ ਪੇਟਾ ਨਹੀਂ ਬੁਣਦਾ। ਸੋ ਇਹ ਪੁਰਾਣਾ ਈਡੀਅਮ ਹੈ। ਜਦੋਂ ਕਦੀ ਦੋ ਬੰਦੇ ਭੈੜੀਆਂ ਗੱਲਾਂ ਕਰ ਰਹੇ ਹੋਣ ਨਾ, ਜਾਂ ਬੈਠ ਕੇ ਆਪਸ ਵਿੱਚ ਗੱਲਾਂ ਖੁਸਰ ਪੁਸਰ ਕਰ ਰਹੇ ਨੇ, ਵਿਸਪਰਿੰਗ ਕਰ ਰਹੇ ਨੇ, ਕੋਈ ਪਲਾਨਿੰਗ ਕਰ ਰਹੇ ਨੇ, ਤਾਂ ਕੋਈ ਸਿਆਣਾ ਕੇ ਪੁੱਛਦਾ ਸੀ ਕੀ ਤਾਨਾ ਬਾਨਾ ਕਰ ਰਹੇ ਹੋ, ਕੀ ਤੰਦੇ ਬੁੰਦੇ ਪਏ ਹੋ, ਵਾਟ ਕਾਈਂਡ ਆਫ ਥਾਟ ਪ੍ਰੋਸੈਸ ਦਾ ਫੈਬਰਿਕ ਤੁਸੀਂ ਬੁਣਦੇ ਪਏ ਹੋ। ਉਹ ਥਾਟ ਪ੍ਰੋਸੈਸ ਦਾ ਫੈਬਰਿਕ ਨੈਗੇਟਿਵ ਖਿਆਲਾਂ ਦਾ ਬੁਣਿਆ ਜਾਏ ਨਾ, ਤਾਂ ਤ੍ਰਿਸ਼ਨਾ ਸਾਨੂੰ ਬਾਦਰ ਕਰਦੀ ਹੈ। ਵੀ ਆਰ ਲਿਓਰਡ, ਐਂਟਾਈਸਿੰਗ, ਮਾਊਥ ਵਾਟਰਿੰਗ, ਟੈਂਪਟਿੰਗ, being pulled towards vices, ਮੰਦੇ ਖਿਆਲਾਂ ਦੀ ਸੋਚ। ਪਰ ਕਹਿੰਦੇ ਨੇ ਤਾਨਾ ਬਾਨਾ ਕਛੂ ਨਾ ਸੂਝੇ। ਤਾਨਾ ਹੁੰਦਾ ਇਸ ਤਰ੍ਹਾਂ ਹੌਰੀਜ਼ੈਂਟਲ ਬਾਨਾ, ਔਰ ਤਾਨਾ ਬਾਨਾ ਇਸ ਤਰੀਕੇ ਨਾਲ ਹੌਰੀਜ਼ੈਂਟਲ, ਔਰ ਇਸ ਤਰੀਕੇ ਨਾਲ ਧਾਗੇ ਨਾਲ ਤਾਣਾ ਪੇਟਾ, ਵਰਟੀਕਲ ਔਰ ਹੌਰੀਜ਼ੈਂਟਲ ਧਾਗਿਆਂ ਦੇ ਨਾਲ ਬਣ ਕੇ ਕੱਪੜਾ ਬਣਦਾ ਹੈ। ਤੁਹਾਨੂੰ ਫੈਬਰਿਕ ਵਾਲੇ ਦੱਸ ਦੇਣਗੇ, ਜੇ ਮੈਂ ਰੀਅਲ ਠੀਕ ਐਕਸਪਲੇਨ ਨਾ ਕਰ ਸਕਿਆ ਹੋਵਾਂ। ਸੋ ਕਾਮਨ ਸੈਂਸ ਕਿ ਵਰਟੀਕਲ ਔਰ ਹੌਰੀਜ਼ੈਂਟਲ ਧਾਗਿਆਂ ਨੂੰ ਤਾਣਾ ਬਾਣਾ ਕਹਿੰਦੇ ਨੇ, ਤਾਣਾ ਪੇਟਾ ਕਹਿੰਦੇ ਨੇ। ਪਰ ਮੈਂ ਆਪਣੇ ਥਾਟ ਪ੍ਰੋਸੈਸ ਦਾ, ਅਸੀਂ ਸਾਰਿਆਂ ਨੇ ਨਾ ਕੱਪੜੇ ਬੜੇ ਵਧੀਆ ਪਾਏ ਹੋਏ ਨੇ, ਪਰ ਸਾਡਾ ਸਮਾਜ ਖਰਾਬ ਬਣ ਗਿਆ ਹੈ, ਸਾਡੀਆਂ ਫੈਮਲੀਜ਼ ਵੀ ਟੁੱਟ ਗਈਆਂ ਨੇ, ਔਰ ਅਸੀਂ ਸਮਾਜ ਦੇ ਕਾਰਨ ਸਾਡਾ ਸਾਰਾ ਇਹ ਵਰਲਡ ਖਰਾਬ ਜਿਹਾ ਹੋ ਗਿਆ ਹੈ। ਅਸੀਂ ਇੱਕ ਦੂਜੇ ਨਾਲ ਮਿਸਬਿਹੇਵ ਕਰਦੇ ਹਾਂ, ਅਸੀਂ ਇੱਕ ਵਾਸਤੇ ਸਕੇਅਰ ਕਰੋ ਬਣ ਗਏ ਹੋਏ ਹਾਂ। ਇਹਨੂੰ ਪਤਾ ਹੀ ਕੀ ਕਹਿੰਦੇ ਨੇ, ਇੱਕ ਸ਼ਾਇਰ ਕਹਿੰਦਾ ਹੈ, excuse me, एक शायर कहता है खंजर की क्या मजाल जो तुझे घायल कर सके, ये तेरे अपने ही या ख्याल जो तू घायल हुए जा रहा है। मैं एक और शायर ਨੂੰ ਕੈਲਕਟਾ ਗਿਆ ਸੀ, ਸਾਡੇ ਉੱਥੇ ਰਜਿੰਦਰ ਵੀਰ ਜੀ ਔਰ ਪਾਲੀ ਵੀਰ ਜੀ ਰਹਿੰਦੇ ਨੇ, ਉਹ ਸ਼ਾਇਰੀ ਕਰਦੇ ਨੇ। ਉਹਨਾਂ ਨੇ ਮੈਨੂੰ ਇੱਕ ਸ਼ੇਰ ਸੁਣਾਇਆ, इंसान बरहना सा लगे है लिबास में। उन्होंने पहली लाइन भूल गई है, इंसान बरहना सा मतलब नेकेड लगता है कपड़े पा के भी। फिर एक जगह वो कहते ने सर्दी में कितने जिस्म कप रहे हैं ठंड के कारण, सर्दी में कितने जिस्म बिगाने लिबास, सर्दी में कितने जिस्म बिगाने लिबास। ओदी दूजी लाइन विच कहंदा है, मनु सारे माफ करना क्योंकि मैनू शायरी ठीक तरह नहीं आती। अगों कहंदा है, खैच लो चादरे मजारों से, जिहड़ियां मजारां उत्ते चादरां पा आंदे आ, असीं भी इन्ने महंगे महंगे रुमाले झाड़ दिंदे आ, पर असीं लोकां दा पर्दा नहीं कजदे, किसी गरीब दी उत्ते कंबल नहीं पांदे, चादर नहीं पांदे, इतना पैसा जाया कर देते हैं। सो सर्दी में कितने जिस्म है बिगाने लिबास, खैच लो चादरे बाजारों से। तो ਇਹਦਾ मतलब ਇਹ ਹੋਇਆ ਕਿ ਅਸੀਂ ਕੱਪੜੇ ਪਾ ਕੇ ਵੀ ਨੰਗੇ ਲੱਗਦੇ ਪਏ ਆ, ਕਿਉਂਕਿ ਸਾਡਾ ਤਾਣਾ ਬਾਣਾ ਜਿਹੜਾ ਹੈ ਨਾ, ਉਹਦੇ ਨਾਲ ਅਸੀਂ ਕੱਜੇ ਨਹੀਂ ਜਾ ਰਹੇ। ਅਸੀਂ ਆਪ ਨਹੀਂ ਕੱਜੇ ਆ ਨਾ, ਇਸ ਕਰਕੇ ਦੂਜਿਆਂ ਦੇ ਪਰਦੇ ਫਾਸ਼ ਕਰਦੇ ਰਹਿੰਦੇ ਆ, ਦੂਜਿਆਂ ਦੀ ਨਿੰਦਾ ਕਰਦੇ ਰਹਿੰਦੇ ਆ, ਦੂਜਿਆਂ ਦੇ ਬਾਰੇ ਬੈਕ ਬਾਈਟਿੰਗ ਕਰਦੇ ਰਹਿੰਦੇ ਆ, ਦੂਜਿਆਂ ਦੇ ਵਾਸਤੇ ਬੈਕ ਸਟੈਬਿੰਗ ਕਰਦੇ ਰਹਿੰਦੇ ਆ। ਇਹ ਤਾਣਾ ਬਾਣਾ ਦਾ ਮੈਂ ਕੱਪੜਾ ਬੁਣਿਆ ਹੋਇਆ ਆਪਣੇ ਥਾਟ ਪ੍ਰੋਸੈਸ ਦਾ। ਮੈਂ ਨਿੰਦਕ ਹਾਂ, ਮੈਂ ਬੈਕ ਸਟੈਬਿੰਗ ਕਰਦਾ। ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਇਹ ਅਵਸਥਾ ਪ੍ਰਾਪਤ ਹੋਈ, ਮੇਰੇ ਮਨ ਨੂੰ ਤਾਨਾ ਬਾਨਾ ਕਛੂ ਨਾ ਸੂਝੇ। ਕਿਉਂ?
क्योंकि हर हर रस लपटे हो मैं वर्च्यूज रब्बी गुणा ਨੂੰ ਗॉड ਲਾਈਕ ਕੁਆਲਿਟੀਜ਼ ਦੇ ਨਾਲ ਟਿਊਨਡ ਹੋ ਗਿਆ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮਨ ਦੀ ਅਵਸਥਾ ਬਣਦੀ ਹੈ ਨਾ ਮਨ ਨਵਾਂ ਬਣ ਜਾਂਦਾ ਹੈ, ਨਵਾਂ ਪੁੱਤਰ ਜੰਮ ਪੈਂਦਾ ਹੈ। पर मत फ्रिक्शन के कारण रोक रही है, राहुज कह रही है हमारे कुल कौन है राम क्यों, वो ये की होया, ये मत मेरी कुमत कह रही है। मत नू असी शब्द पढ़िया सी ना, जिन्हार हिरदे नाम ना बसो तीन मात की जहर बन जा। जदों मात दा मतलब मदर मम्मी दी बायोलॉजिकल मां नू नहीं कहते ने, मात दा मतलब मत, जिहदी मत बांझ हो जाती है उन्हें चंगे गुण पसंद नहीं करता है, चंगे गुणा दिया विचारा पसंद नहीं करता है, इथों पत्थर दिल बन जाता है। जिनके चित्त कठोर है से बहना सतगुर पास, वो रॉक ही बन जाता है। ते जे ओदी रॉक नू ठीक कर दिता जाए उन्होंने कहते ने पाहर नीर तरे, ओदा पत्थर तर गया। सो जदों ओ जिनके चित्त कठोर है सो बहना सतगुर पास, वो पत्थर चित्त बन जाता है। जदों असी पत्थर चित्त बन जाते हैं ना तां फिर साडी जिहड़ी मत है ना एक मत सानू सीधे पासे पैण नहीं देती है, चंगे गुण लैन नहीं देती है। सो हमारे कुल कौने राम क्यों, मेरी मत दी गल चल रही है कि जदों मन सीधे पासे पिया ते मत कह रही है साडे कुल, कुल है हुण अंदर दा, कुमत दुर्मत जिहड़ी मनु फ्रिक्शन क्रिएट कर रही है। हमारे कुल कौन है राम क्यों, भी मेरे अंदर दे जिहड़े थॉट प्रोसेस दा टब्बर सी, मेरे भैन भरा धीआं पुत्र पेरेंट्स, ये सारे तो मेरे अंदर दे सारे बिल्कुल भी ओदे नाल वर्च्यूज दे नाल ट्यून्ड नहीं सी। इनू की होया जबकि माला लई नहीं पूते, माला की होंदा है विजडम, वर्च्यूज, गॉड लाइक क्वालिटीज, चंगे गुण, निर्मल कर्मा दी प्रैक्टिस वाली ट्यून्ड सोच हमेशा, और ओ वाले गुणा नू प्रैक्टिस करना। जे वो ना करो तो मन भुखा होंदा है, भुखे मन नू कहंदे भूखे भक्त ना कीजिए, ऐसे तुम वननेस वाली विजडम नहीं प्राप्त कर सकते। ये माला अपनी लीजिए। माला की है ये जो तुम दिन रात चीजें मांगते रहते हो, दुनियावी पदार्थ मांगते रहते हो ना, ये माला अपनी लीजिए, इट्स यूजलेस, बेकार है। भूखे हो तुम, मेरे मन नू कहंदे भूखे भक्त ना कीजिए, माला अपनी, इसको छोड़ना होगा। उन्हें छोड़ दी जिहड़ी आज दे शब्द कहते हैं जबकि माला लई निपूते, ए मत कह रही है ए मन, मन वैसे सपूत बन गया पर एनू कह रहे ने निपूते, भैया कपुत्र बन गया, भैड़ा बन गया। जबकि माला लई निपूते तब ते सुख ना पियो। सुख मतलब नेगेटिव्स दे नाल, वाइसिस दे नाल, नेगेटिव एटीट्यूड दे नाल, मंदे सुभाव दे नाल जी जी के अपना जीवन जो बनाया होया ना उन्होंने सुख समझ रहे। पर वो कहती है हुण वो वाला सुख जा रहा है, दैट मीन्स ट्रांसफॉर्मेशन दा शब्द है कि वो वाला सुख गया, तब ते सुख ना पियो, वो वाला सुख गॉन, नेगेटिव्स दे नाल लैण वाला सुख। मेरा एक फ्रेंड है प्रभजोत, उन्हां दी ना कनॉट प्लेस एनका दी दुकान है। कहंदा मेरे ताया जी रोज कहंदे सी कि दुकान ते आया कर। कहंदा मैं एक दिन चला ही गया, 2 साल मैनू कहते रहे। जो मैं गया उन्होंने मैंने कहा तू अपनी अखा चेक करा लै, कहता मैं चेक कराइया तो मैं कहते तेरिया अखा वीक ने, तेन ऐनक लानी पेगी। उन्होंने मैनू मेरा नंबर चेक करके क्या ये कुदरती है तो ऐनक बनी पई है किसी कस्टमर की, तू पा। कहते मैं ऐनक पा के ना जो कनॉट प्लेस तो रजौरी गार्डन वापस आया, बड़ा सब कुछ शार्प शार्प नजर आ रहा सी, क्लीयर क्लीयर। माई गॉड, मैं इतना ब्लड देखता हुंदा सी। ओ माई गॉड, मेरा थॉट प्रोसेस ना डुअलिटी च ड्राउंड रहंदा सी, दुबदा नाल मैं देखदा सी, मेरा विजन क्लियर नहीं सी। आज ऐनक मिल गई, वाह एरियल सुख है इनमें, वाह गुरु वाह, माय गॉड यू हैव गिवन मी द विजन। सो रहाओ जो नेगेटिव मत जिहड़ी फ्रिक्शन क्रिएट कर दी है, वो कहती है अंदर दा कुल नेगेटिव है, वो वर्च्यूज नाल जुड़ना नहीं चाहता। ये मन नू पता नहीं की हो गया, इन्हें सच दा पासा ले लिया। सानू नेगेटिव्स दे नाल, वाइसिस दे नाल खेडण दा शौक सी, वो वाला सारा सुख जाया चला गया, वो पता नहीं कित्थे चला गया। रहाओ च कहंदे ने। हुण कहंदे ने
ਉਹੀ ਮੱਤ ਕਹਿੰਦੀ ਪਈ ਹੈ ਹੁਣ ਉਹ ਮਤ ट्रांसफॉर्मेशन वाली अवस्था वाले मन ਨੂੰ ਦੇਖ ਕੇ ਕਹਿ ਰਹੀ ਹੈ ਸੁਨੋ ਜਿਠਾਨੀ ਸੁਨੋ ਦਿਰਾਨੀ ਆਚਰਜ ਇੱਕ ਪਿਓ ਇਹਦਾ ਉਚਾਰਨ ਅਸੀਂ ਅਚਰਜ ਨਹੀਂ ਕਰਾਂਗੇ ਆਚਰਜ ਕਿਉਂਕਿ ਇਹ ਐਕਚੁਅਲ ਲਫ਼ਜ਼ ਹੈ ਜਿੱਥੋਂ ਆਇਆ ਵੇ ਅਸ਼ਚਰਜ ਸੋ ਚਰਜ ਇੱਕ ਪਾਸੇ ਰੱਖੀਦਾ ਅਸ਼ਚਰਜ ਨੂੰ ਇੱਥੇ ਆਚਰਜ ਲਿਖਿਆ ਹੋਇਆ ਸੁਨੋ ਜਿਠਾਨੀ ਸੁਨੋ ਦਿਰਾਨੀ ਇਹ ਅੰਦਰ ਦੀਆਂ ਆਸ਼ਾ ਤ੍ਰਿਸ਼ਨਾ ਉਹ ਫਿਰ ਮੈਨੂੰ ਰੋਕਦੀਆਂ ਸੀ मैं सीधे पासे जान पैना चाहता सी आशा तृष्णा डिजायर्स वो मेरी तृष्णा क्रिएट कर दिया सन डिजायरस होना होर गल है पर पॉजिटिव सेंस एंटरप्राइजिंग होके कंटेंटमेंट विच रहना होर गल है परसों चौथ साडी शॉर्ट वीडियो निकली सी ओदे च कोई बच्ची पूछ रही है कि वीर जी जे मैं क्लर्क हाँ और मैं ऑफिसर बनना चाहती हूँ मैं एंटरप्राइजिंग होर होना चाहती हाँ तो की डिसकंटेंटमेंट होगी मैं उन्होंने बेनती की सी जे तुहाडे घर 5 बंदे ने और तुसी 2 रोटियां तुहाडे घर ने तो जे तुसी 2 रोटियां 5 बंदियां नाल खा सकते हो ना वेरी गुड शी थॉट कि मैं कह रहा 5 रोटियां कपाओ ही ना मैं उन्होंने बच्ची ने कहा नहीं 5 रोटियां भी कमा सकते हो तुसी 200 रोटियां कमा सकते हो पर कंटेंटेड विकास खेड़े की अवस्था कि मैं 2 रोटियां भी वंड के खा सकती हाँ पर 200 रोटियां मैं अपने बैड थले डा के अपने सिर उत्ते चादर करके अपने ही सुख आरामा वास्ते नहीं मैं वरतांगी वो 200 रोटियां भी मैं 200 बंदियां नूं वंड आवांगी ए तरीके दे नाल जिहड़े लोकी करदे ने ना वो सारे ना समाज का भी भला करना शुरू कर देंदे ने कंटेंटमेंट आ जाती है कंटेंटमेंट डज नॉट मीन कि ਅਸੀਂ एंटरप्राइजिंग नहीं हाँ मैं डिजायरस हाँ ये गल होर है पर डिजायर करके मैं ਉਹਦੇ ਤੇ पॉजिटिव सेंस ਵਿੱਚ प्रोग्रेस करदा हाँ for the sake of others to help others how to live in this universe for the sake of others करदा ना ਤਾਂ ਫਿਰ कंटेंटमेंट ਦੀ ਅਵਸਥਾ ਬਣਦੀ ਹੈ ਫਿਰ पॉजिटिव सेंस ਵਿੱਚ एंटरप्राइजिंग हाँ फिर डिजायर ਕੀਤੀ ਹੋਈ ਚੰਗੀ है दसो चंगे गुणा दी डिजायर लेना पर रोकदियां सी जड़ियां आशा तृष्णा उन्होंने कह रहे हैं सुनो जिठानी सुनो दरानी आचर्य एक पियो अजी एक बड़ी विस्मादत बात हो गई है बड़ा एक वंडर हो गया एक अजूबा हो गया क्या हो गया 7 सूत इन मुंडिये खोए ये मुंडिया क्यों ना मोयो वो है मन जड़ा है ना मुंडा ये मर क्यों नहीं गया इन्हें 7 सूत उन्होंने फिर स्टोरीज लिख दिता सी कि ओ कपड़ा नहीं बुन रहा 7 सूत की होंदा है जसमीत जी ने सहज पाठ ग्रुप ते एक दिन शब्द विचार कीती सी गोपाल तेरा आरता और एक दिन विचार कीती सी कि एक करता तू मेरा जजमान सो इंज अनाज मंगो 7 सीका की होंदा है 7 सीका है 7 7 7 7 7 नंबर यूज ही किया जाता है गुरमत सिर्फ ਉਹਦੇ ਕਨਸੈਪਟ ਨੂੰ ਲੈਂਦੀ ਹੈ ਕਿ ਜਿਸ ਖੇਤੀ ਨੂੰ 7 ਵਾਰੀ ਬਾਰ-ਬਾਰ ਸਫਾਈ ਉਹਦੀ ਕਰਕੇ ਉਹਨੂੰ ਗੋਡੀ ਕਰਕੇ ਮਿੱਟੀ ਹੇਠਲੀ ਉਤਲੀ ਕਰਕੇ ਉਹਨੂੰ ਪ੍ਰੋਪਰ ਉਹਦੀ ਸਫਾਈ ਕਰਕੇ ਪ੍ਰੋਪਰ ਉਹਨੂੰ ਵਾਟਰਿੰਗ ਕਰਕੇ ਪ੍ਰੋਪਰ ਉਹਨੂੰ ਮਿੱਟੀ ਨੂੰ ਸੁਹਾਗਾ ਫੇਰ ਕੇ ਢੰਗ ਨਾਲ ਕੀਤੀ ਜਾਂਦੀ ਹੈ ਨਾ ਉਹ ਜਿਹੜਾ फसल उगदी है वधिया होंदी है ਉਹਨੂੰ अनाज मंगू 7 सीका कहते हैं 7 वारी वाही हुई जमीन मैं अपने थॉट प्रोसेस के कारण अपने मन की जमीन धरती फिक्सअप करता अज दे शब्द कहते हैं 7 सूत इन मुंडियां खोए ये 7 सूत की है 7 सूत होता है अनेका रंगां दे नाल उन्हां नूं देख के उन्हां दे नैगेटिव पक्ष वल अट्रैक्ट होंदे जाना इंद्रधनुष ਨੂੰ 7 रंग कहते हैं रेनबो दे 7 कलर्स ਨੂੰ 7 रंग कहते हैं पर गुरु साहब जपजी च कहते हैं रंगी रंगी भांति कर कर जिनसी माया जी ਨੂੰ पाई मैं अनेका रंगां दे जितने जी जंत वाले ख्याल ने ना उन्हां दे नाल मैनू नेगेटिव थॉट जिहड़े आंदे सी ना मैं ਉਹਦੇ बारे ना अलर्ट हो गया मेरा मन ਜਦੋਂ ਕੁੜਿਆਰ ਤੋਂ ਸਚਿਆਰ ਬਣਦਾ ਹੈ ਨਾ ਸੋਦਰ ਦੀ ਪੌੜੀ ਵਿੱਚ ਕਹਿੰਦੇ ਨੇ ਉੱਥੇ ਚੰਗੇ ਗੁਣ ਸੰਭਾਲਦਾ ਹੈ अलर्ट हो गया अनेका रंगां नूं देख के ओदी नेगेटिविटी वाले पासे मिराज वांगू हिरन वांगू उस ओएसिस दे भरम विच ना फसना 7 सूत इन मुंडियन खोए एने सच दी संगत कीती और पिखंदड़ों की पुल तुम्मा दिसम सोहना वाली मत तो छुट गया
703 मुंडिये खोए, ये मुंडिया क्यों ना मोयो, वो फिर दुर्मत रुकावट पाती है। सर्व सुखा का एक हर स्वामी, कबीर जी का मन उन्ना ਅਸੀਂ ਪਹਿਲਾਂ ਮੰਨਦੇ ਹਾਂ, ਹਰ ਵਾਰੀ ਇਹ ਕਹਿੰਦੇ ਹਾਂ ਕਿ ਸਾਡੀ ਬੋਡੀ ਨੂੰ ਸਾਡਾ ਮਨ ਚਲਾਉਂਦਾ ਹੈ, ਔਰ ਮਨ ਹੀ ਰਾਜਾ ਹੈ, ਮਨ ਹੀ ਸਵਾਮੀ ਹੈ, ਮਨ ਹੀ ਕੰਤ ਹੈ, ਮਨ ਹੀ ਪਤੀ ਹੈ ਇਸ ਬੋਡੀ ਦਾ, ਔਰ ਮਨ ਹੀ ਇਸ ਦਾ ਸੁਲਤਾਨ ਹੈ, ਮਨ ਹੀ ਮਾਸਟਰ ਹੈ। ਮਨ ਹੀ ਟਰਾਂਸਫਾਰਮ ਹੋ ਕੇ ਪ੍ਰਭ ਬਣ ਜਾਂਦਾ ਹੈ, ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਵੇ। ਸੋ ਮਨ ਹੀ ਇਸ ਬੋਡੀ ਨੂੰ ਰਨ ਕਰਦਾ, ਪਰ ਮਨ ਨੂੰ ਅਕਲ ਨਾ ਹੋਏ ਤਾਂ ਸਾਡੇ ਕੋਲੋਂ ਬੈਡ ਡੀਡਸ ਕਰਾਉਂਦਾ ਹੈ, ਬੈਡ ਥਾਟ ਪ੍ਰੋਸੈਸ ਦੇ ਕਾਰਨ ਅਸੀਂ ਅਪਸੈਟ ਕਲ ਵਾਲੇ ਜੀਵਨ, ਕਲਯੁਗੀ ਜੀਵਨ ਵਿੱਚ ਰਹਿੰਦੇ ਆ। ਪਰ ਜੇ ਮਨ ਨਿਜ ਕਰ ਦੇ ਅੰਦਰ ਵਾਲੀ ਸਤਿਗੁਰ ਦੀ ਮਤ ਲੈ ਲਵੇ ਤਾਂ ਫਿਰ ਮਨ ਇਸ ਬੋਡੀ ਨੂੰ ਵਿਜ਼ਡਮ ਦੇ ਨਾਲ ਵਨੈਸ ਕਰਕੇ ਰੱਬੀ ਗੁਣਾ ਵਾਲੀ ਸਪਿਰਿਚੁਅਲ ਬੀਇੰਗ ਬਣ ਜਾਂਦਾ ਹੈ। ਆਪ ਵੀ, ਆਪਣੇ ਅੰਦਰ ਦੀ ਸਾਰੀ ਬੋਡੀ ਵੀ ਔਰ ਬਾਹਰ ਦੀ ਵੀ। ਉਹਨੂੰ ਕਹਿੰਦੇ ਨੇ ਜੀਓ ਨਿਰਮਲ ਬਾਹਰੋਂ ਨਿਰਮਲ। ਉਹਨੂੰ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ। ਉਹਦਾ ਪਰਲੋਕ ਫਿਕਸ ਅਪ ਹੋ ਗਿਆ, ਉਹਦਾ ਲੋਕ, ਉਹਦਾ ਬਾਹਰਲੇ ਐਕਸ਼ਨਸ ਵੀ ਠੀਕ ਹੋ ਜਾਂਦੇ ਨੇ। ਇੱਥੇ ਕਹਿੰਦੇ ਨੇ ਸਰਬ ਸੁਖਾਂ ਕਾ ਏਕ ਹਰ ਸੁਆਮੀ, ਸੋ ਗੁਰ ਨਾਮ ਦਿਓ। ਵੀਰ ਜੀ ਤੁਹਾਡਾ ਮਿਊਟ ਹੋ ਗਿਆ। ਹਾਂਜੀ, ਕਿੱਥੇ ਹੋਇਆ ਮਿਊਟ? ਸੋ ਗੁਰ ਨਾਮ ਦਿਓ, ਸਰਬ ਸੁਖਾਂ ਕਾ ਏਕ। ਹਾਂਜੀ, ਸੋ ਸਾਡੇ ਸਭ ਦੇ ਅੰਦਰ ਸੱਚ ਦੀ ਆਵਾਜ਼ ਆਉਣ ਵਾਲਾ ਰੱਬ, ਭਾਵ ਸੱਚ ਦੀ ਆਵਾਜ਼ ਵਾਲਾ ਸਤਿਗੁਰ, ਭਾਵ ਸੱਚ ਦੀ ਆਵਾਜ਼ ਆਉਣ ਵਾਲੀ ਕੈਪੇਬਿਲਿਟੀ ਹੈ, ਪਰ ਅਸੀਂ ਉਹਨੂੰ ਨੈਗੇਟਿਵਸ ਦੇ ਕਾਰਨ, ਵਾਈਸਿਸ ਦੇ ਕਾਰਨ ਸਪਰੈਸ ਕਰ ਦਿੰਦੇ ਹਾਂ। ਸਾਰਿਆਂ ਦੇ ਅੰਦਰ ਰੱਬ ਹੀ ਰਹਿੰਦਾ ਹੈ, ਸਭ ਹੈ ਘਟ ਰਾਮ ਬੋਲੇ ਰਹਿੰਦਾ ਹੈ। ਸਭ ਦੇ ਅੰਦਰ ਕਪੈਸਿਟੀ ਹੈ, ਹਰ ਬੀਜ ਦੇ ਅੰਦਰ ਕਪੈਸਿਟੀ ਹੈ, ਉਹ ਪੇੜ ਬਣ ਸਕਦਾ ਹੈ। ਪਰ ਅਸੀਂ ਜਿਸ এনवायरमेंट ਵਿੱਚ ਪਲਦੇ ਹਾਂ ਔਰ ਜੋ ਕੁਝ ਅਸੀਂ ਉੱਥੇ ਫੀਡ ਕਰਦੇ ਰਹਿੰਦੇ ਹਾਂ, ਉਹਦੇ ਕਾਰਨ ਸਾਡਾ ਪੇੜ ਖਰਾਬ ਹੋ ਜਾਂਦਾ, ਤਾਂ ਉਹਦੇ 'ਚ ਫਲ ਫਿੱਕੇ, ਫੁੱਲ ਬੱਕੇ ਲੱਗ ਜਾਂਦੇ ਨੇ। ਲੇਕਿਨ ਉਹ ਸਾਰਾ ਠੀਕ ਵੀ ਹੋ ਸਕਦਾ ਹੈ ਜੇ ਅਸੀਂ ਨਿਜ ਘਰ ਦੀ ਆਵਾਜ਼ ਸੁਣਨੀ ਸ਼ੁਰੂ ਕਰ ਦਈਏ। ਉਹਨੂੰ ਕਹਿੰਦੇ ਨੇ ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵੱਡਾ ਖਾਨਾਓ। ਉਹਦੇ 'ਚ ਕਹਿੰਦੇ ਨੇ ਸਾਚਾ ਸਾਹਿਬ ਨਿਰੰਕਾਰ ਨਿਜ ਥਾਏ, ਉਹ ਅੰਦਰ ਰਹਿੰਦਾ ਔਰ ਉਹ ਉਹਦੀ ਮਤ ਨੂੰ ਸੁਣ ਕੇ ਸੁਣ ਆਖਣਾ ਉਹਨੂੰ ਪਸੰਦ ਕੀਤਾ, ਉਹਨੂੰ ਸੁਣ ਕੇ ਸਾਰੇ ਅੰਗਾਂ ਨੂੰ ਕਿਹਾ। ਉਹ ਸਾਰਿਆਂ ਦੇ ਅੰਦਰ ਹੈ। ਉਹ ਮੇਰਾ ਮਨ ਉਸ ਦੀ ਮਤ ਲੈ ਕੇ ਸਵਾਮੀ ਬਣ ਗਿਆ, ਉਸ ਗੁਰ ਦੀ ਮਤ ਲੈ ਕੇ ਉਹਦੇ ਨਾਲ ਮਰਜ ਹੋ ਗਿਆ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਸਰਬ ਸੁਖਾ ਕਾ ਏਕ ਹਰ ਸਵਾਮੀ, ਸੋ ਗੁਰ ਨਾਮ ਦਿਓ। ਉਹ ਵਾਲਾ, ਉਹ ਗੁਰ, ਉਹ ਟੈਕਨੀਕ ਵਾਲੀ ਵਿਜ਼ਡਮ ਦੀ ਮਤ ਇਹਨੂੰ ਪ੍ਰਾਪਤ ਹੋ ਗਈ ਹੈ। ਇਹ ਤਾਂ ਉਂਝ ਹੈ ਜਿਵੇਂ ਕਿ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ ਨਖ ਬਿਦਰਿਓ। ਪਿਛਲੇ ਪ੍ਰੋਗਰਾਮਾਂ 'ਚ ਤੁਸੀਂ ਸੰਤ ਔਰ ਪ੍ਰਹਲਾਦ ਦੇ ਟੌਪਿਕ ਨੂੰ ਡਿਸਕਸ ਕਰ ਚੁੱਕੇ ਹੋ। ਮੈਂ ਵੀ ਛੋਟੀ ਜੀ ਸਾਂਝ ਕੀਤੀ ਸੀ ਵੀ ਕਿਹਨੂੰ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ ਥਰੂ ਪ੍ਰਹਲਾਦ ਜਪਿਓ ਹਰ ਜੈਸੇ। ਸੋ ਪ੍ਰਹਲਾਦ ਮੈਟੀਰੀਅਲ ਵਰਡ ਦੇ ਨਾਲ ਅਟਰੈਕਟ ਨਹੀਂ ਹੁੰਦਾ। ਮਾਨੋ ਮੇਰਾ ਮਨ ਪ੍ਰਹਲਾਦ ਬਣ ਗਿਆ ਮੈਟੀਰੀਅਲ ਵਰਡ ਨੂੰ ਦੇਖ ਕੇ, ਔਰ ਉਹਦੇ ਡਿਪੈਂਡੈਂਸ ਤੇ ਜਾਣਾ। ਮੈਟੀਰੀਅਲ ਵਰਡ ਭੈੜਾ ਨਹੀਂ ਹੈ, ਉਹਦੀ ਡਿਪੈਂਡੈਂਸ ਤੇ ਜਾਣਾ, ਉਹਦੇ ਮੁਥਾਜ ਉਡਾਣਾ, ਪਦਾਰਥਕ ਦੇ ਅਧਿਆਸੀ ਬਣ ਜਾਣਾ, ਆਪਣੇ ਸਰੀਰ ਦੇ ਭੋਗ ਕੇ ਵੀ ਰਜਨਾ ਕਦੇ ਨਾ ਤ੍ਰਿਸ਼ਨਾਲੂ ਬਣੇ ਰਹਿਣਾ। ਉਹ ਵਾਲੀ ਜਿਹੜੀ ਅਵਸਥਾ ਤੋਂ ਛੂਟ ਜਾਂਦੇ ਆ ਨਾ, ਉਹਨੂੰ, ਉਹ ਜਿਹੜੀ ਮੰਦੀ ਅਵਸਥਾ ਹੈ ਨਾ, ਤ੍ਰਿਸ਼ਨਾਲੂ ਜਿਹੜੀ ਮਨੂੰ ਟੌਂਟ ਕਰਦੀ ਹੈ, ਖਿੱਚਦੀ ਹੈ, ਪੁੱਲ ਕਰਦੀ ਹੈ ਨੈਗੇਟਿਵਸ ਵਾਲੀ, ਉਹਨੂੰ ਹਰਨਾਖਸ਼ ਵਾਲੀਆਂ ਅੱਖਾਂ ਕਹਿੰਦੇ ਨੇ। ਹਿਰਨੀ ਜੈਸੀਆਂ ਅੱਖਾਂ ਜਿਹੜੀਆਂ, ਉਹ ਉਸ ਬਿਰਤੀ ਨੂੰ ਕਹਿੰਦੇ ਨੇ ਹਰਨਾਖਸ਼। हरनाखश मतलब मैं पदार्थां ਨੂੰ अपना माई बाप बनाया हुआ है। मेरी तो मम्मी पापा से इसलिए है कि कल मेरे को प्रॉपर्टी मिलेगी। मैं तो अपनी पत्नी के लिए इसलिए प्यार करता हूँ कि कल अगर ये मर गई तो मेरी रोटी कौन बनाएगा। वो कह रही है मेरे पति जी मर गए था, वो हमारी रोटी कौन लाएगा, सोना पैसा कहाँ से आएगा, घर कैसे चलेगा। ये ਅਸੀਂ ਮਨ ਅੰਦਰ ਜਿਹੜੇ ਨੈਗੇਟਿਵ ਥਾਟਸ ਪੈਦਾ ਕਰਦੇ ਆ ਨਾ ਇੱਕ ਦੂਜੇ ਦੇ ਨਾਲ ਵੈਸਟਿਡ ਇੰਟਰਸਟ ਵਾਸਤੇ, ਉਹਨੂੰ ਸੈਲਫਿਸ਼ਨੈਸ ਵਾਲੀ ਮਤ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ। ਲੋਕੀ ਝੂਠੇ ਨਹੀਂ ਨੇ, ਅਸੀਂ ਉਹਨਾਂ ਦੇ ਨਾਲ ਆਪਣੇ ਵੈਸਟਿਡ ਇੰਟਰਸਟ ਦੀ ਜਿਹੜੀ ਲਾਲਚ ਰੱਖਦੇ ਹਾਂ, ਉਹ ਲਾਲਚ ਨੂੰ ਹਰਨਾਖਸ਼ ਬਿਰਤੀ ਕਹਿੰਦੇ ਨੇ।
ਉਹ ਥਾਟ ਪ੍ਰੋਸੈਸ ਦਾ ਬੁਰਕਾ ਉੜਿਆ ਹੋਇਆ ਹੈ, ਉਹ ਥਾਟ ਪ੍ਰੋਸੈਸ ਦਾ ਫੈਬਰਿਕ ਉੜਿਆ ਹੋਇਆ ਹੈ। ਲੇਕਿਨ ਜਦੋਂ ਮੇਰਾ ਮਨ ਪ੍ਰਹਲਾਦ ਬਣਦਾ ਹੈ ਤਾਂ ਉਹ ਇਸ ਨੈਗੇਟਿਵ ਥਾਟ ਪ੍ਰੋਸੈਸ ਦੇ ਕੱਪੜੇ ਨੂੰ ਪਾੜ ਦਿੰਦਾ ਹੈ। ਨੱਕ ਬਿਦਰਿਓ, ਨੱਕ ਕੀ ਹੁੰਦਾ ਹੈ? ਕਈ ਲੋਕੀ ਕਹਿੰਦੇ ਨੇ 10 ਨੌਵਾਂ ਦੀ ਕਿਰਤ ਦੀ ਕਮਾਈ ਕਰਨਾ ਨੂੰ ਨੱਕ ਬਿਦਰਿਓ ਕਹਿੰਦੇ ਨੇ, ਪਰ ਮੈਂ ਸੋਚ ਰਿਹਾ ਸੀ ਇਹ ਮੇਰੇ ਹੱਥ ਦੇ 10 ਨਾਖੂਨ ਨੇ ਤਾਂ 10 ਨੌਵਾਂ ਦੀ ਕਮਾਈ ਸਿਰਫ ਇਹਨਾਂ ਕਰਕੇ ਹੀ ਹੁੰਦੀ ਹੈ। ਪਰ ਕਈ ਲੋਕੀ ਹਲ ਵਾਂਦੇ ਨੇ, ਕਈ ਲੋਕੀ ਟੈਕਸੀ ਚਲਾਉਂਦੇ ਨੇ, ਕਈ ਲੋਕੀ ਟਰੱਕ ਚਲਾਉਂਦੇ ਨੇ, ਕਈ ਲੋਕੀ ਪੈਰਾਂ ਦੇ ਨਾਲ ਕੰਮ ਕਰਦੇ ਨੇ, ਕਈ ਲੋਕਾਂ ਦੇ ਦੋਨੋਂ ਹੱਥ ਹੀ ਨਹੀਂ ਹੁੰਦੇ ਨੇ, ਉਹ ਪੈਰਾਂ ਦੇ ਨਾਲ। ਮੈਂ ਇੱਕ ਬੰਦੇ ਨੂੰ ਦੇਖਿਆ ਸੀ, ਉਹ ਮਸ਼ੀਨ ਚਲਾ ਰਿਹਾ ਸੀ। ਇਹਦਾ ਮਤਲਬ ਹੁਣ 20 ਨਖੂਨ ਹੋ ਗਏ ਮੇਰੇ? ਨਹੀਂ, ਐਨਾ ਇੱਕ ਸੇਇੰਗ ਹੈ, ਇਮਾਨਦਾਰੀ ਦੀ, ਓਨੈਸਟੀ ਦੀ, ਕੁਆਰੀ ਕਾਇਆ ਵਾਲੀ ਸੋਚ ਦੇ ਨਾਲ ਚੰਗੇ ਗੁਣਾਂ ਨੂੰ ਕਮਾਣਾ, ਵਰਚੂਜ਼ ਨੂੰ ਕਮਾਣਾ, ਪਦਾਰਥਾਂ ਪਿੱਛੇ ਵਿਜ਼ਡਮ ਨਾ ਛੱਡਣਾ, ਪਦਾਰਥਾਂ ਪਿੱਛੇ ਸੱਚ ਦੀ ਮੱਤ ਨੂੰ ਨਾ ਛੱਡਣਾ। ਸੱਚ ਦੀ ਮੱਤ ਨੂੰ ਛੱਡੋ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਗੱਲਾਂ ਉੱਪਰ ਤਪਾਵਸ ਨੋਈ ਵਿਸ ਖਾਦੀ ਤਤਕਾਲ ਮਰ ਜਾਏ, ਉਸੇ ਵੇਲੇ ਅਸੀਂ ਮਰ ਜਾਂਦੇ ਹਾਂ। ਸੋ ਅਸੀਂ ਵਰਚੂਜ਼ ਦਾ ਪੱਲਾ ਜੋ ਛੋੜਦੇ ਹਾਂ ਤਾਂ ਅਸੀਂ ਹਰਨਾਖਸ਼ ਹੋ ਜਾਂਦੇ ਹਾਂ। ਹਰਨਾਖਸ਼ ਵਾਲੀ ਬਿਰਤੀ ਦੇ ਫੈਬਰਿਕ ਦੇ ਥਾਟ ਪ੍ਰੋਸੈਸ ਨੂੰ ਪਾੜ ਦਿੱਤਾ। प्रहलाद बन गए, पदार्थों की मुताज नहीं रही। पापा आपकी कमाई में से मेरे लिए फोन भी आ सकता है, आजकल ना हमको ऑनलाइन पढ़ाते हैं। तो पापा कह रहे बेटा तुम जो फोन मांग रहे हो वो तो 90,000 का आता है, पर हमारी कमाई में मेरे को ना बाजार से 40,000 का नहीं 10,000 का भी एक मिलता है, पर वो बच्चे उसमें ज्यादा फीचर्स नहीं होंगे, पर मेरी पॉकेट के अनुसार हम 10,000 वाले से तेरा ऑनलाइन का काम सारा हो जाएगा। अगर आजकल कोरोना के कारण ते बच्चा जे प्यो नाल लड़ता है तो मानो हरनाकश भी, पर जे बच्चा कहता है अच्छा पापा जैसे जो जो जरूरी है उसके लिए आप जैसे भी आपकी पॉकेट अलाउ करती है, थैंक यू, हमारे घर में एसी नहीं लग सकता, कोई बात नहीं, आप भी जैसे बैठे हो, अच्छा हम पंखे से काम, अच्छा ऐसे नहीं है तो आप जैसे मम्मी को या अपने आपको ऐसे पंखा झोलते हो, मैं भी आपके साथ ऐसे अखबार को कर लूंगा। पापा लाइट चली गई है, आप और मम्मी तो अपसेट नहीं होते, अच्छा आपने दीवा बाल लिया मैं भी बालूंगा। इस तरीके दे नाल ना ਇਹ ਜਿਹੜੀ पदार्थों की मुताजी खत्म हो जाती है ना, फिर भावें एसी है ਤਾਂ ਵੀ फाइन, फिर भावें 90,000 का फोन है ਤਾਂ ਵੀ फाइन, लेकिन मैं उन्होंने मुताज नहीं हाँ। साडा अजकल ना फोन, वाईफाई, इंटरनेट जरा जिहा भी मिस हो जाए, टूट जाए, डिसकनैक्ट हो जाए, असी डिस्टर्ब हो जाते हैं ना, असी प्रहलाद नहीं बन सकते, असी हरनाकश हो गए। डिपेंडेंस नहीं रखनी, बस ਉਹ ਵੱਲੋਂ ਨੂੰ ਨੱਕ ਬਿਦਰਿਓ ਕਹਿੰਦੇ ਨੇ। ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਜਿਨ ਕੌਣ ਹੈ? ਉਹ ਸਤਗੁਰ ਦੀ ਮੱਤ, ਉਹ ਵਾਲਾ ਗੁਰ, ਉਹ ਵਾਲੀ ਅਕਲ, ਉਹ ਵਾਲੀ ਸੁਮਤ, ਉਹ ਵਾਲੀ ਟੈਕਨੀਕ ਜਿਹਦੇ ਨਾਲ ਸੰਤ ਪ੍ਰਹਲਾਦ ਦੀ ਪੱਤ ਰਹਿ ਜਾਂਦੀ ਹੈ, ਉਹ ਮੈਨੂੰ ਬਣ ਮਿਲ ਗਈ ਕਿਉਂਕਿ ਮੈਂ ਹਰਨਾਕਸ਼ ਵਾਲਾ। ਇਹ ਹੁਣ ਮਤ ਰਿਅਲਾਈਜ਼ ਕਰੀਏ ਕਿ ਇਸ ਮਨ ਦੇ ਨਾਲ ਇਹ ਗੱਲ ਵਾਪਰ ਗਈ ਹੈ, ਤਾਂ ਮਨ ਦੀ ਇਸ ਅਵਸਥਾ ਦੀ ਵਾਪਰੀ ਹੋਈ ਚੰਗੀ ਅਵਸਥਾ ਨੂੰ ਹੁਣ ਅੱਗੇ ਕੀ ਕਹਿੰਦੇ ਨੇ। कबीर साहब एक सीन बना के सानू कहते ने, उनकी गीता करके देव निज कर दी मत, करके देव पितर की छोटी। पितर की होता है जदों असीं पूता माता की असीस। मेरा टाइम हो गया जसमीत जी, आई एम सॉरी, मैं तो बहुत लंबा बोल गया। कोई नहीं, कोई 45 मिनट्स की सी ना, कोई गल नहीं जी, कर लो शब्द पूरा। आई एम सॉरी, आई एम फुली ड्रैग्ड। नहीं वीर जी, 5 घंटे बोलने की आदत हुई है, मैं बहुत माफी मांगता। ना ना वीर जी, प्लीज कंटिन्यू प्लीज। सो करके देव पितर की छोटी की हुंदा, पितर हुंदा जदों मेरे अंदर दी कुमत रूपी माता जो मैनू नेगेटिव थॉट्स देंदी है या चंगे गुण मेरे अंदर आण नहीं देंदी है, वो बांझ मत, और वो वाली नेगेटिव थॉट वाली माता स्टैप मदर मतरेई मां जिहदे नाल मैं संतोखी नहीं रहता, ਉਹ ਅਤੇ ਮੇਰਾ असंतोख पिता, ਇਹ ਦੋਵਾਂ ਨੂੰ ਜੇ ਫਿਕਸ ਅਪ ਕਰ ਲੋ ਨਾ, ਇਹਨੂੰ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਵਿਖਨਾਸ ਹੈ, ਪਿਤਰੀ ਹੋਏ ਉਧਾਰੋ, मेरे पितरा का उधार हो गया। मीन्स मेरी कुमत रूपी माता ट्रांसफॉर्म हो गई, सुमत बन गई, वो मेरी रियल सेंस मदर बन गई, और मेरी
असंतोख पिता फिक्सअप होके संतोखी, ਮੈਨੂੰ ਇਹ ਦੋਨੋਂ ਪ੍ਰਾਪਤ ਹੋ ਗਏ। ਹੁਣ ਉਹ ਕਹਿੰਦਾ ਉਹ ਜਿਹੜੇ ਨੈਗੇਟਿਵ ਪੇਰੈਂਟਸ ਸੀ ਨਾ ਮੇਰੇ ਥਾਟ ਪ੍ਰੋਸੈਸ ਦੇ ਕੁਲ ਦੇ, ਉਹਨਾਂ ਵਾਲੀ ਨੈਗੇਟਿਵ ਥਾਟ ਛੋੜ ਦਿੱਤੀ, ਉਹ ਨੈਗੇਟਿਵ ਐਟੀਟਿਊਡ, ਨੈਗੇਟਿਵ ਖਿਆਲ, ਨੈਗੇਟਿਵ ਹੈबिट सब छोड़ ਦਿੱਤੀਆਂ। ਘਰ ਕੇ ਦੇਵ ਦੀ ਮੰਨ ਲਈ, ਪਿਤਰ ਕੀ ਛੋੜੀ, ਗੁਰ ਕੋ ਸ਼ਬਦ ਲਿਓ। ਹੁਣ ਮੈਂ ਵਰਚੂਜ਼ ਦੇ ਨਾਲ ਕਿਸ ਤਰ੍ਹਾਂ ਜੀਵਨ ਜੀਵੀ ਦਾ ਉਹ ਵਾਲੀ ਟੈਕਨੀਕ ਲੈ ਲਈ। ਕਹਿਤ ਕਬੀਰ ਸਗਲ ਪਾਪ ਖੰਡਨ, ਪਾਪ ਕੀ ਹੈ ਇਸ ਅੱਜ ਦੇ ਸ਼ਬਦ ਵਿੱਚ, ਪਦਾਰਥਵਾਦ ਦੀ ਗੇਮ ਵਿੱਚ ਫਸ ਜਾਣਾ, ਨੈਗੇਟਿਵਸ ਦੇ ਵੱਲ ਅਟਰੈਕਟ ਹੁੰਦੇ ਜਾਣਾ, ਉਹਨਾਂ ਦੇ ਨਾਲ ਜਿਹੜਾ ਮੇਰਾ ਮੰਦਾ ਸੁਭਾਅ ਬਣਿਆ ਸੀ ਉਹਨੂੰ ਕਿਲਵਿਖ ਕਹਿੰਦੇ ਨੇ, ਜਿਸ ਸਿਮਰਤ ਸਭ ਕਿਲਵਿਖ ਨਾਸੈ, ਨੈਗੇਟਿਵ ਥਾਟਸ ਗੋਨ, ਸਿੱਧੇ ਪਾਸੇ ਪੈ ਗਏ। ਵਰਚੂਸ ਵੱਲ ਜਾ ਰਹੇ ਸੀ, ਜਿਹੜੀ ਨੈਗੇਟਿਵ ਮਤ ਪੁੱਲ ਕਰਦੀ ਸੀ ਉਸ ਮਤ ਤੋਂ ਬਚ ਗਏ, ਹੁਣ ਸਿੱਧੇ ਪਾਸੇ ਪੈ ਗਿਆ। ਉਹ ਕਹਿੰਦੇ ਨੇ ਕਹਿਤ ਕਬੀਰ ਸਗਲ ਪਾਪ ਖੰਡਨ, ਉਹ ਸਾਰੇ ਵਾਈਸਿਸ ਖਤਮ ਹੋ ਗਏ। ਸੰਤਾਂ ਲੈ ਉਧਰਿਓ, ਸੰਤਾਂ ਲੈ ਉਧਰਿਓ ਦਾ ਮਤਲਬ ਹੁੰਦਾ ਮੈਂ ਵਰਚੂਸ, ਸੰਤਾਂ ਦਾ ਮਤਲਬ ਕਿਸੇ ਬੰਦੇ ਨੂੰ ਨਹੀਂ ਕਹਿੰਦੇ ਨੇ, ਵਰਚੂਸ ਨੂੰ ਕਹਿੰਦੇ ਨੇ। ਵਰਚੂਸ ਨੂੰ ਪ੍ਰੈਕਟਿਸ ਕਰੋ, ਉਹਨੂੰ ਸੰਤਨ ਸੰਗ ਕਹਿੰਦੇ ਨੇ। ਕੰਟੀਨਿਊਸ ਪ੍ਰੈਕਟਿਸ ਕਰੋ ਤਾਂ ਅਸੀਂ ਹਮੇਸ਼ਾ ਸੰਤ ਸ਼ਰਨ ਹਾਂ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਟਰਮ ਸਾਰੀਆਂ ਯੂਜ਼ ਕੀਤੀਆਂ ਨਾ, ਇਹਨਾਂ ਦੇ ਨਾਲ ਅੱਜ ਦੇ ਸ਼ਬਦ ਚੋਂ ਅਸੀਂ ਮੋਰਲ ਜਿਹੜਾ ਸਮਝੇ ਉਹ ਇਹ ਸਮਝੇ ਕਿ ਅਸੀਂ ਡੁਐਲਿਟੀ ਦੇ ਨਾਲ ਡਰਾਊਂਡ ਹੁੰਦੇ ਹਾਂ। ਮਨ ਕੀ ਮਤ ਵਰਸਿਸ ਨਿਜ ਘਰ ਦੀ ਮਤ, ਜਿਹੜੀ ਸੁਚੱਜੀ ਮਤ ਹੈ, ਉਹਨਾਂ ਦੀ ਫ੍ਰਿਕਸ਼ਨ ਦੇ ਕਾਰਨ ਦੁਬਦਾ ਵਿੱਚ ਪੈਂਦੇ ਆ, ਡੁਐਲਿਟੀ 'ਚ ਪੈ ਕੇ ਪਲ ਪਲ ਡੁੱਬਦੇ ਮਰਦੇ ਹਾਂ। ਉਹ ਜਿਹੜਾ ਅਸੀਂ ਡੁੱਬਦੇ ਮਰਦੇ ਹਾਂ ਉਹਦੇ ਨਾਲ ਤ੍ਰਿਸ਼ਨਾ, ਫਿਕਰ, ਚਿੰਤਾ, ਤੌਖਲਾ, ਡਰ, ਆਸ-ਪਾਸ ਵਾਲਿਆਂ ਨਾਲ ਟਰਸਟ ਕੋਈ ਨਹੀਂ, ਸਾਰਿਆਂ ਦੇ ਨਾਲ ਡਿਸਹਾਰਮਨੀ ਹੋ ਗਈ, ਮੇਰੀ ਕਿਸੇ ਨਾਲ ਬਣਦੀ ਨਹੀਂ, ਲੋਕੀ ਭੈੜੇ ਲੱਗਦੇ ਨੇ, ਅਸੀਂ ਪੈਸੀਮਿਸਟਿਕ ਹੋ ਜਾਂਦੇ ਹਾਂ, ਅਸੀਂ ਸੈਡ ਹੋ ਜਾਂਦੇ ਹਾਂ, ਅਸੀਂ ਡਿਪਰੈਸ਼ਨ ਹੀ ਚਲੇ ਜਾਂਦੇ ਹਾਂ। ਇਹ ਸਾਰੀ ਕਸ਼ਮਕਸ਼ ਦੇ ਬਾਰੇ ਅੱਜ ਦੇ ਸ਼ਬਦ ਚੋਂ ਸਾਨੂੰ ਮੋਰਲ ਸਮਝ ਆਇਆ ਕਿ ਉਹ ਸੋ ਕਾਲਡ ਬਾਹਰਲੀ ਦੁਨਿਆਵੀ ਵਰਲਡਲੀ ਸਕਸੈਸ ਜਿਹੜੀ ਪ੍ਰਾਪਤ ਹੈ ਨਾ, ਉਹਦੇ ਬਦਲੇ ਅਸੀਂ ਨਿਜ ਘਰ ਦਾ ਸੁੱਖ ਮੰਨਦੇ ਹਾਂ, ਮੇਰਾ ਮਨ ਸੁਖੀ ਹੋ ਜਾਂਦਾ ਹੈ, ਉਹਦੀ ਕਸ਼ਮਕਸ਼ ਖਤਮ ਹੋ ਜਾਂਦੀ ਹੈ। ਦੈਨ ਵੀ ਪ੍ਰੈਕਟਿਸ ਸੰਤ ਕਾ ਮਾਰਗ, ਧਰਮ ਕੀ ਪੌੜੀ, ਬਸ ਸਾਨੂੰ ਉਹ ਐਲੀਵੇਸ਼ਨ ਪ੍ਰਾਪਤ ਹੋ ਜਾਂਦੀ ਹੈ। ਧਰਮ ਕੀ ਪੌੜੀ ਮੀਨਸ ਮੈਂ ਸੱਚ ਦੇ ਮਾਰਗ ਤੇ ਚੱਲਦਾ ਔਰ ਵਰਚੂਜ਼ ਨੂੰ ਫੋਲੋ ਕਰਦਾ, ਉਹਨੂੰ ਸੰਤ ਕਾ ਮਾਰਗ ਕਹਿੰਦੇ ਨੇ। ਤੇ ਪੌੜੀ ਮੈਨੀ ਨਹੀਂ ਹੁੰਦੀਆਂ, ਪੌੜੀ ਇੱਕੋ ਹੀ ਹੁੰਦੀ ਹੈ, ਉਹ ਹੈ ਧਰਮ। ਧਰਮ ਮਤਲਬ ਧਰਮ ਮੈਨੂੰ ਮੇਰੇ ਨੈਗੇਟਿਵਸ ਨੂੰ ਦੇਖ ਕੇ ਉਹ ਨੈਗੇਟਿਵਸ ਨੂੰ ਕੱਟਣ ਦੀ ਅਕਲ ਦਿੰਦਾ ਹੈ ਤੇ ਪੋਜ਼ਿਟਿਵਸ, ਵਰਚੂਜ਼, ਵਨਨੈਸ ਵਾਲੀ ਆਈਡੀਅਲ ਪਰਸਨੈਲਿਟੀ ਬਣਾਉਂਦਾ ਹੈ। ਇਹਨੂੰ ਕਹਿੰਦੇ ਨੇ ਸੰਤ ਕਾ ਮਾਰਗ, ਧਰਮ ਕੀ ਪੌੜੀ। ਸੋ ਮੈਂ ਅੱਜ ਦੇ ਸ਼ਬਦ ਵਿੱਚ ਬਹੁਤ ਸਾਰਾ ਫੈਲਾਵ ਕਰ ਲਿਆ, ਆਈ ਐਮ ਸੌਰੀ, ਬਹੁਤ ਸਾਰਾ ਟਾਈਮ ਲੈ ਲਿਆ, ਆਈ ਐਮ ਸੌਰੀ, ਬੜੀਆਂ ਸਾਰੀਆਂ ਟਰਮਸ ਡਿਸਕਸ ਕੀਤੀਆਂ, ਉਹਦੇ ਵਾਸਤੇ ਮੈਂ ਆਈ ਐਮ ਸੌਰੀ, ਕਿਉਂਕਿ ਬੜਾ ਜ਼ਬਰਦਸਤ ਮੈਨੂੰ ਫਲੋ ਆਈ ਜਾ ਰਿਹਾ ਸੀ ਤੇ ਮੈਂ ਮਾਫੀ ਚਾਹੁੰਦਾ। ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਮੈਂ ਟਾਈਮ ਵਾਧੂ ਲੈ ਗਿਆ ਉਹਦੀ ਮਾਫੀ ਦੇ ਦਿਓ ਤੇ ਹੁਣ ਮੇਰੇ ਸੀਮਾ ਭੈਣ ਜੀ ਤੁਹਾਡੇ ਨਾਲ ਅਗਲੀ ਬਾਣੀ ਦੀ ਬਣਤਰ ਡਿਸਕਸ ਕਰਾਂਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਖੁਦਾ ਹਾਫਿਜ਼।